ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਹੀ ਰਾਗਨੀ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 776 ਅੰਗ ਤੇ ਸੁਭਾਇਮਾਨ ਸੁਰ ਤਾਲ ਦੇ ਪੰਜਵੇਂ ਘਰ ਦੇ ਅੰਦਰ ਇਸ ਪਾਵਨ ਸ਼ਬਦ ਨੂੰ ਗਾਇਨ ਕੀਤਾ ਗਿਆ ਹੈ। ਰਾਗੀ ਸਿੰਘਾਂ ਨੂੰ ਵੀ ਇਹੀ ਹਦਾਇਤ ਹੈ ਕਿ ਉਹਨਾਂ ਨੇ ਇਹ ਪਾਵਨ ਸ਼ਬਦ ਪੰਜ ਤਾਲਾ ਸ਼ਬਦ ਹੈ, ਸੁਰ ਤਾਲ ਦੇ ਪੰਜਵੇਂ ਘਰ ਦੇ ਅੰਦਰ ਗਾਇਨ ਕਰਨਾ ਹੈ। ਘਰਾਂ ਦੀ ਗਿਣਤੀ ਵਿਦਵਾਨਾਂ ਵੱਲੋਂ 68 ਮੰਨੀ ਗਈ ਹੈ। ਧੰਨ ਗੁਰਬਾਣੀ ਗੁਰੂ ਮਹਾਰਾਜ ਜੀ ਨੇ 17 ਘਰਾਂ ਤੱਕ ਉਚਾਰਨ ਕੀਤੀ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਗੁਰੂ ਜੀ ਨੇ ਵਸਤੂ ਨਿਰਦੇਸ਼ਕ ਮੰਗਲਾਚਰਨ ਕੀਤਾ ਹੈ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਸਰੂਪ ਚੇਤਨ ਸਰੂਪ ਆਨੰਦ ਸਰੂਪ ਸਚਿਦਾਨੰਦ। ਇੱਕ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ। ਜਿਵੇਂ ਬੱਚਾ ਗਲੀ ਦੇ ਵਿੱਚ ਖੇਡਦਾ ਲੜ ਪਿਆ, ਕੋਈ ਤਗੜਾ ਬੱਚਾ ਹੈ, ਉਹ ਮਾੜੇ ਬੱਚੇ ਨੂੰ ਜਦੋਂ ਮਾਰਨ ਲੱਗਦਾ, ਕੁੱਟਣ ਲੱਗਦਾ ਹੈ, ਉਹ ਆਪਣੀ ਮਾਤਾ ਨੂੰ ਆਵਾਜ਼ ਮਾਰਦਾ ਹੈ, ਮਾਤਾ, ਮੰਮੀ, ਬੇਬੇ, ਬੀਬੀ। ਤੇ ਦੂਸਰਾ ਬੱਚਾ ਉਸ ਦੇ ਮੁਖ ਦੇ ਵਿੱਚੋਂ ਉਸ ਦੀ ਮਾਤਾ ਦਾ ਨਾਮ ਸੁਣ ਕੇ ਉਹਨੂੰ ਛੱਡ ਕੇ ਦੂਰ ਹੋ ਜਾਂਦਾ ਹੈ, ਭੱਜ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਜਦੋਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਯਾਦ ਕਰਦੇ ਨੇ, ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਹੈ, ਵਾਹਿਗੁਰੂ ਦਾ ਉਚਾਰਨ ਕਰਦੇ ਹਨ ਤੇ ਜਮ ਉਸ ਪ੍ਰਭੂ ਪਰਮਾਤਮਾ ਦਾ ਨਾਮ ਸੁਣ ਕੇ ਛੱਡ ਕੇ ਭੱਜ ਜਾਂਦੇ ਨੇ। ਇੱਕ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ अद्वितीय ब्रह्म सर्व का प्रकाशक ओंकार ब्रह्मा उत्पात। ओंकार किया जंचित। जितनी भी उत्पत्ति हुई है आदि ब्रह्मे तो लेके सैल जुग जो भी बनया है ये उस प्रभु परमात्मा तो बनया है। सब का प्रकाशक है, सब नूं चेतन सत्ता देने वाला है। उस अद्वितीय ब्रह्म की प्राप्ति का जो साधन है केवल ते केवल गुरु की कृपा है। सतगुर प्रसाद। जदों गुरु प्रसादी रहमत कृपा मेहर करेगा तो फिर उसकी प्राप्ति होएगी। इत्थे एक गल बड़ी बरनजोग है। एक समा सी संतां महापुरुषों की गुरु की सेवा की जाती सी। सेवा करके जदों गुरु त्रुटदा ना प्रसन्न होंदा तो फिर गुरु खुश होके अपने गुरसिख नूं साधु संत खुश होके अपने सेवादार नूं पुछदे तैनूं की चाहिदा है, वर मंग। तो फिर वर दे विच पहलां ये मंगिया जांदा भी आप जी दे नाल साडी प्रीत बनी रहे, आप जी दे चरनां दे नाल असीं जुड़े रहीए, साडे ते कृपा रखो। गुरु फिर प्रसन्न होके पुछदा होर कुछ भी मंग ला। फिर असी अपनियां संसारिक लोड़ां सन जिहड़ियां ओह मंगदे। पर अज जिहड़ा समा है बड़ा उल्ट हो गया। अज असी पहलू अपनी शर्त अगे रखते हैं भी जे साडा आ काम हो गया ना, जे साडा ये काम होएगा तो फिर तो असी तेरी सेवा करते रहांगे, ते जे ये काम ना होया तो फिर असी तेरी सेवा नहीं करनी, नाम नहीं जपना, सेवा नहीं करनी, सिमरन नहीं करना। ये कारण ने जिहड़े ये नास्तिकता के कारण ने। असी गुरु नूं गुरु ना मनते हुए एक दिहाड़िया बना रखे है भी साडा जे ये काम हो गया, जिवें दिहाड़िए नूं खेत लै जाईदा है भाई जे ये खाल तू सारा कट देगा तो तेनों इतने पैसे दे देंगे, ठेका मार लिया तेरे नाल।
ਜੇ ਤੇਰੇ ਤੋਂ ਖਾਲ ਨਾ ਘੜਿਆ ਗਿਆ, ਨਾ ਤਿਆਰ ਹੋਇਆ, ਤੇ ਫਿਰ ਤੈਨੂੰ ਸਾਰੇ ਪੈਸੇ ਨਹੀਂ ਮਿਲਣਗੇ। ਇਹ ਨਹੀਂ ਹੋਣਾ ਚਾਹੀਦਾ। ਸਤਿਗੁਰ ਪ੍ਰਸਾਦ, ਪ੍ਰਸ਼ੰਸਾ ਗੁਰੂ ਦੀ ਲੈਣੀ ਹੈ, ਖੁਸ਼ੀ ਗੁਰੂ ਦੀ ਲੈਣੀ ਹੈ। ਤੇ ਗੁਰੂ ਹੈ ਜਿਹੜਾ ਇਹ ਸੇਵਾ ਤੇ ਸਿਮਰਨ ਦੇ ਨਾਲ ਤਰੁੱਠਦਾ ਹੈ। ਜਿਸ ਵਕਤ ਬਾਬਾ ਆਦਮ ਜੀ ਨੂੰ ਗੁਰਸਿੱਖ ਨੇ ਕਿਹਾ ਸੀ, ਤੂੰ ਧੰਨ ਗੁਰੂ ਰਾਮਦਾਸ ਜੀ ਦੀ ਸ਼ਰਨ ਦੇ ਵਿੱਚ ਜਾਣਾ ਕਰ ਭਾਈ, ਉੱਥੇ ਜਾ ਕੇ ਸੇਵਾ ਕਰ, ਤੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏਗੀ। ਤੇ ਬਾਬਾ ਆਦਮ ਦੇ ਮਨ ਦੇ ਵਿੱਚ ਖਿਆਲ ਆਇਆ, ਵੱਡੀ ਉਮਰ ਹੋ ਗਈ, ਕਦੇ ਸੁੱਕੇ ਰੁੱਖਾਂ ਨੂੰ ਵੀ ਫਲ ਲੱਗੇ ਨੇ। ਫਿਰ ਖਿਆਲ ਜਿਹੜਾ ਨਾ ਉਹ ਬਦਲ ਗਿਆ। ਜਿਹੜਾ ਅੰਦਰ ਦਾ ਖਿਆਲ ਬਦਲਣਾ ਇਹ ਵੀ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਖਿਆਲ ਬਦਲ ਗਿਆ ਵੀ ਚਲੋ ਜੇ ਪੁੱਤਰ ਦੀ ਪ੍ਰਾਪਤੀ ਨਾ ਹੋਈ ਤੇ ਗੁਰੂ ਦੀ ਸੇਵਾ ਕੀਤਿਆਂ ਮੁਕਤੀ ਤਾਂ ਮਿਲੀ ਜਾਵੇਗੀ ਨਾ, ਮੁਕਤ ਤਾਂ ਹੋ ਹੀ ਜਾਵਾਂਗੇ ਨਾ। ਧੰਨ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਲੱਗ ਗਏ। 2 ਰੋਟੀਆਂ ਕਹਿ ਲਓ, ਪੰਡਾ ਕਹਿ ਲਓ, ਲੱਕੜਾਂ ਦੀਆਂ ਲੈ ਕੇ ਆਉਂਦੇ ਨੇ, ਇੱਕ ਲੰਗਰ ਦੇ ਵਿੱਚ ਸੇਵਾ ਵਾਸਤੇ ਤੇ ਇੱਕ ਆਪਣੇ ਪਾਸ ਜਮ੍ਹਾਂ ਕਰ ਲੈਂਦੇ ਨੇ, ਰੱਖ ਲੈਂਦੇ ਨੇ। ਸਮਾਂ ਆਇਆ, ਇਹ ਨਹੀਂ ਵਿਚਾਰ ਕੋ ਦਿਨ ਸੇਵਾ ਕੀਤੀ ਤੇ ਸਮਾਂ ਆ ਗਿਆ, ਨਹੀਂ, ਬੜੀ ਲੰਮੀ ਸੇਵਾ ਕੀਤੀ। ਫਿਰ ਸਮਾਂ ਆਇਆ, ਜਦੋਂ ਸਮਾਂ ਆਇਆ ਬੜੀ ਠੰਡ ਹੋ ਗਈ ਹੈ, ਸਿਆਲ ਦੇ ਦਿਨ ਨੇ, ਨਾਲ ਵਰਸ਼ਾ ਵੀ ਹੋ ਗਈ ਹੈ, ਮੀਂਹ ਵੀ ਪੈ ਰਿਹਾ ਹੈ, ਸਾਰੀ ਸੰਗਤ ਠਰੂ ਠਰੂ ਕਰ ਰਹੀ ਹੈ। ਬਾਬਾ ਆਦਮ ਨੇ ਕਮਰ ਕੱਸਾ ਕੱਸ ਲਿਆ, ਅੱਜ ਸਮਾਂ ਹੈ। ਜੋ ਜਮਾ ਸਨ ਲੱਕੜਾਂ ਉਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਵੰਡ ਦਿੱਤੀਆਂ ਨੇ। ਸਾਰੀਆਂ ਦੇ ਅੰਗੀਠੇ ਪੱਕਣ ਲੱਗ ਗਏ ਨੇ, ਪ੍ਰਕਾਸ਼ ਹੋ ਗਿਆ ਸਾਰੇ ਪਾਸੇ, ਗੁਰੂ ਖੁਸ਼ ਹੋ ਗਿਆ। ਇਸ ਤਰ੍ਹਾਂ ਗੁਰੂ ਖੁਸ਼ ਹੁੰਦਾ ਹੈ, ਇਸ ਤਰ੍ਹਾਂ ਗੁਰੂ ਤਰੁੱਠਦਾ ਹੈ। ਤੇ ਜੇ ਬਾਬਾ ਆਦਮ ਆਖਦਾ, ਗੁਰੂ ਜੀ ਜੇ ਤਾਂ ਤੁਸੀਂ ਮੈਨੂੰ ਪੁੱਤਰ ਦੀ ਪ੍ਰਾਪਤੀ ਕਰਵਾ ਦਿਓਗੇ ਤੇ ਫਿਰ ਮੈਂ ਤੁਹਾਡੀ ਸੇਵਾ ਕਰਦਾ, ਨਹੀਂ ਤਾਂ ਫਿਰ ਮੈਂ ਆਪਣੇ ਘਰ ਜਾਣਾ, ਫਿਰ ਨਹੀਂ ਸੀ ਗੁਰੂ ਨੇ ਖੁਸ਼ ਹੋਣਾ। ਪਰ ਅੱਜ ਦਾ ਸਾਡਾ ਜਿਹੜਾ ਸੁਭਾਅ ਹੈ ਨਾ ਉਹ ਬੜਾ ਉਲਟ ਹੈ। ਸਤਿਗੁਰ ਸੱਚਾ ਸਤਿਗੁਰ ਹੈ, ਪਰ ਜਦੋਂ ਦੀ ਕਿਰਪਾ ਹੁੰਦੀ, ਰਹਿਮਤ ਹੁੰਦੀ ਹੈ, ਉਹ ਖੁਸ਼ ਹੁੰਦਾ ਹੈ। ਫਿਰ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤੇ ਖੁਸ਼ ਹੁੰਦਾ ਸੇਵਾ ਤੇ ਸਿਮਰਨ ਦੇ ਨਾਲ। ਸੇਵਾ ਤੇ ਸਿਮਰਨ ਨੇ ਜਿਹੜਾ ਉਹ ਸ਼ਰਤ ਰੱਖ ਕੇ ਨਹੀਂ ਕੀਤਾ ਜਾ ਸਕਦਾ ਵੀ ਜੇ ਸਾਡੀ ਸ਼ਰਤ ਪੂਰੀ ਹੋ ਗਈ ਤੇ ਫਿਰ ਭਾਈ ਇਹ ਕੰਮ ਹੋ ਜਾਵੇਗਾ, ਤੇ ਨਹੀਂ ਤਾਂ ਅਸੀਂ ਤੇਰੀ ਸੇਵਾ ਤੇ ਸਿਮਰਨ ਨਹੀਂ ਕਰਾਂਗੇ। ਇਹਨੂੰ ਕਹਿੰਦੇ ਨੇ ਗੁਰੂ ਦਾ ਪ੍ਰਸੰਨ ਹੋਣਾ। ਤੇ ਪ੍ਰਸੰਨ ਕਰਦਾ ਗੁਰਸਿੱਖ, ਤੇ ਗੁਰਸਿੱਖ ਪ੍ਰਸੰਨ ਕਰਦਾ ਸੇਵਾ ਤੇ ਸਿਮਰਨ ਦੇ ਨਾਲ। ਨਿਸ਼ਕਾਮ ਸੇਵਾ ਤੇ ਨਿਸ਼ਕਾਮ ਹੀ ਸਿਮਰਨ, ਅੰਦਰ ਕੋਈ ਕਾਮਨਾ ਨਹੀਂ। ਜੇ ਹੋ ਗਿਆ ਤਾਂ ਵੀ ਠੀਕ ਹੈ, ਜੇ ਨਹੀਂ ਹੋਇਆ ਤਾਂ ਵੀ ਠੀਕ ਹੈ, ਪਰ ਗੁਰੂ ਦੇ ਨਾਲ ਮੇਰਾ ਪ੍ਰੇਮ ਹੈ ਜਿਹੜਾ, ਪ੍ਰੀਤ ਹੈ ਜਿਹੜੀ, ਉਹ ਬਣੀ ਰਵੇ। ਇਸ ਤਰ੍ਹਾਂ ਗੁਰੂ ਨੂੰ ਪ੍ਰਸੰਨ ਕਰਨ ਵਾਲੇ ਜਿਨ੍ਹਾਂ ਤੇ ਗੁਰੂ ਤਰੁੱਠਦਾ ਹੈ, ਗੁਰੂ ਨਿਹਾਲ ਕਰ ਦਿੰਦਾ ਹੈ ਜੀ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਧੰਨ ਗੁਰੂ ਰਾਮਦਾਸ ਜੀ ਸੱਚੇ ਸਤਿਗੁਰ ਇਸ ਪਾਵਨ ਸ਼ਬਦ ਦੇ ਅੰਦਰ ਸ਼ਾਂਤ ਰਸ ਦੀ ਮਹੱਤਤਾ ਬਿਆਨ ਕਰ ਰਹੇ ਨੇ। ਇੱਕ ਜਿਗਿਆਸੂ ਨੇ ਜਾਂ ਸੰਗਤ ਨੇ ਧੰਨ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ, ਜਿਵੇਂ ਦਾਸ ਸੰਗਤਾਂ ਦੇ ਵਿੱਚ ਦੱਸਦਾ ਹੁੰਦਾ ਹੈ। ਸੰਤ ਮਹਾਂਪੁਰਸ਼ ਹੋਏ ਨੇ ਬਾਬਾ ਬਰਿਆਮ ਸਿੰਘ ਜੀ ਧੂਰਕੋਟ ਵਾਲੇ। ਉਹਨਾਂ ਦਾ ਇੱਕ ਗੁਰਮੁਖ ਪਿਆਰਾ ਬੜਾ ਪ੍ਰੇਮੀ ਸੀ। ਉਸਨੇ ਬੇਨਤੀ ਕੀਤੀ, ਸੰਤ ਜੀ ਆਪ ਸਾਂਤਰਾ ਸ਼ਾਖ ਦਿਓ, ਅੰਦਰ ਦੀ ਸ਼ਾਂਤੀ ਦੱਸ ਦਿਓ, ਇਹ ਹੈ ਕਿਸ ਤਰ੍ਹਾਂ ਦੀ। ਮਹਾਂਪੁਰਸ਼ਾਂ ਨੇ ਆਖਿਆ ਸਾਡੇ ਪਾਸ ਆਣ ਕੇ ਬੈਠਣਾ ਕਰ। ਕਿਰਪਾ ਕੀਤੀ, ਜਦੋਂ ਸ਼ਾਂਤ ਰਸ ਵੱਜ ਗਿਆ ਅੰਦਰ, ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਇਹ ਕਿਤਨੇ ਕੁ ਸਮੇਂ 'ਚ ਪ੍ਰਾਪਤ ਹੋ ਜਾਂਦਾ ਹੈ। ਮਹਾਂਪੁਰਸ਼ਾਂ ਨੇ ਦੱਸਿਆ 10 ਕੁ ਸਾਲ ਸਾਨੂੰ 10 ਕੁ ਜਨਮ ਸਾਨੂੰ ਲੱਗ ਗਏ ਨੇ, ਤੇ ਤੇਰੀ ਮਿਹਨਤ ਤੇ ਭਾਈ ਤੂੰ ਕਿੰਨੀ ਕਰੇਂਗਾ ਉਹ ਤੇਰੇ ਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਜਿਗਿਆਸੂ ਰੂਪ ਦੇ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਹੈ, ਸੱਚੇ ਸਤਿਗੁਰ ਜੀ ਸ਼ਾਂਤ ਰਸ ਦੀ ਪ੍ਰਾਪਤੀ ਦੇ ਨਾਲ ਹੁੰਦਾ ਕੀ ਹੈ? ਸ਼ਾਂਤ ਰਸ ਦੀ ਪ੍ਰਾਪਤੀ ਹੈ ਜਿਹੜੀ
ਇਹ ਕਿਸ ਤਰ੍ਹਾਂ ਆਨੰਦ ਬਖਸ਼ਿਸ਼ ਕਰਦੀ, ਕਿਤਨਾ ਕੁ ਆਨੰਦ ਦਿੰਦੀ। ਤੇ ਧੰਨ ਗੁਰੂ ਰਾਮਦਾਸ ਜੀ ਰਹਿਮਤ ਕਰਦੇ ਨੇ, ਗੁਰ ਸੰਤ ਜਨੋ, ਇਹ ਗੁਰੂ ਦੇ ਪਿਆਰਿਓ, ਸੰਤੋ, ਗੁਰਸਿੱਖੋ, ਪਿਆਰਾ ਮੈਂ ਮਿਲਿਆ। ਇਹ ਸ਼ਾਂਤੀ ਉਦੋਂ ਵੱਜਦੀ ਹੈ ਜਦੋਂ ਸਾਨੂੰ ਸਾਡਾ ਪਿਆਰਾ ਪ੍ਰੀਤਮ ਅਕਾਲ ਪੁਰਖ ਅੰਦਰ ਤਰੁੱਠਦਾ ਹੈ, ਅੰਦਰ ਮਿਲਾਪ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਉਸ ਦੇ ਮਿਲਾਪ ਦੇ ਜੋ ਲਾਭ ਹੈ ਉਹ ਇਹ ਹੁੰਦਾ ਹੈ, ਮੇਰੀ ਤ੍ਰਿਸ਼ਨਾ ਬੁਝ ਗਈ ਸੀ। ਅੰਦਰ ਦੀ ਤ੍ਰਿਸ਼ਨਾ ਦਾ ਨਾਸ਼ ਹੋ ਜਾਂਦਾ ਹੈ। ਇਹ ਤ੍ਰਿਸ਼ਨਾ ਜਿਹੜੀ, ਇਸ ਨੂੰ ਅੱਗ ਆਖੀਏ, ਤੇ ਜਿੱਥੇ ਅੱਗ ਮੱਚਦੀ ਹੋਵੇ ਉੱਥੇ ਫਿਰ ਠੰਡਕ ਨਹੀਂ ਹੁੰਦੀ। ਆਪਾਂ ਸਾਰੇ ਜਾਣਦੇ ਹਾਂ, ਜਿੱਥੇ ਅੱਗ ਮੱਚ ਰਹੀ ਹੈ ਉੱਥੇ ਸ਼ਾਂਤੀ ਜਾਂ ਠੰਡਕ ਹੈ ਜਿਹੜੀ ਉਹ ਨਹੀਂ ਹੋਏਗੀ, ਉੱਥੇ ਗਰਮੈਸ਼ ਹੋਏਗੀ। ਇਸੇ ਕਰਕੇ ਤਾਂ ਸਿਆਲ ਦੇ ਦਿਨਾਂ 'ਚ ਆਪਾਂ ਅੱਗ ਮਚਾ ਕੇ ਉਹਨੂੰ ਸੇਕਣਾ ਕਰਦੇ ਹਾਂ ਵੀ ਠੰਡ ਦੂਰ ਹੋ ਜਾਵੇ। ਇਸੇ ਤਰ੍ਹਾਂ ਤ੍ਰਿਸ਼ਨਾ ਵੀ ਇੱਕ ਅੱਗ ਹੈ, ਇਹ ਮਨੁੱਖ ਦੇ ਅੰਦਰ ਦੀ ਅੱਗ ਹੈ। ਤੇ ਜਿੱਥੇ ਮਨੁੱਖ ਦੇ ਅੰਦਰ ਇਹ ਅੱਗ ਮੱਚ ਰਹੀ ਹੈ ਉੱਥੇ ਫਿਰ ਸ਼ਾਂਤ ਰਸ ਨਹੀਂ ਆਏਗਾ। ਇਹ ਤ੍ਰਿਸ਼ਨਾ ਹੈ ਕਿ ਹੋਰ ਦੀ ਲਾਲਸਾ, ਇਹ ਤ੍ਰਿਸ਼ਨਾ ਦਾ ਰੂਪ ਹੈ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਮੇਰੇ ਪਾਸ 4 ਚੋਲੇ ਨੇ ਤੇ ਮੈਂ ਆਖਾਂ ਇੱਕ ਹੋਰ ਮਿਲ ਜਾਵੇ, ਫਿਰ ਇੱਕ ਹੋਰ ਮਿਲ ਜਾਵੇ, ਇਹਦਾ ਕੋਈ ਅੰਤ ਥੋੜ੍ਹੀ ਹੈ। ਅੱਗ ਮੱਚ ਰਹੀ ਹੈ, ਉਹਦੇ ਵਿੱਚ ਆਪਾਂ ਲੱਕੜਾਂ ਸੱਟ ਰਹੇ ਹਾਂ ਤੇ ਇਹ ਆਖੀਏ ਵੀ ਇਹ ਅੱਗ ਆਪਣੇ ਆਪ ਰੱਜ ਕੇ ਇਹ ਆਖ ਦੇਵੇ ਵੀ ਹੋਰ ਲੱਕੜਾਂ ਨਾ ਪਾਈ, ਮੈਂ ਰੱਜ ਗਈ ਹਾਂ, ਮੇਰੇ ਤੋਂ ਨਹੀਂ ਸਾੜੀਆਂ ਜਾਣੀਆਂ, ਇਹ ਕਦੀ ਨਹੀਂ ਹੋ ਸਕਦਾ। ਅੱਜ ਤੱਕ ਅੱਗ ਮੱਚਦੀ ਏ, ਕਿਤਨਾ ਨੁਕਸਾਨ ਕਰਦੀ ਹੈ, ਤੇ ਕਦੇ ਅੱਗ ਨੇ ਆਪਣੇ ਆਪ ਆਖਿਆ ਮੈਂ ਹੁਣ ਬੁੱਝ ਜਾਂਦੀ ਹਾਂ, ਮੇਰੇ ਤੋਂ ਹੋਰ ਨਹੀਂ ਸਾੜਿਆ ਜਾਂਦਾ, ਜਾਂ ਆਪਾਂ ਲੱਕੜਾਂ ਜ਼ਿਆਦੀਆਂ ਪਾ ਦਈਏ ਵੀ ਹੁਣ ਅੱਗ ਬੁੱਝ ਜਾਵੇ, ਨਹੀਂ ਹੋਏਗਾ। ਇਸੇ ਤਰ੍ਹਾਂ ਤ੍ਰਿਸ਼ਨਾ ਜਿਹੜੀ, ਜਦੋਂ ਤੱਕ ਸਾਡੇ ਅੰਦਰ ਹੋਰ ਦੀ ਲਾਲਸਾ ਹੈ ਨਾ, ਉਦੋਂ ਤੱਕ ਇਹ ਤ੍ਰਿਸ਼ਨਾ ਵਾਲੀ ਅੱਗ ਨਹੀਂ ਬੁਝੇਗੀ, ਸਮਾਂ ਹੋਰ ਜ਼ਿਆਦਾ ਭੜਕੇਗੀ, ਹੋਰ ਜ਼ਿਆਦਾ ਵਧੇਗੀ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਗੁਰਮੁਖ ਪਿਆਰੇ ਸਤ ਸੰਗਿਓ ਗੁਰਸਿੱਖੋ, ਗੁਰੂ ਦੀ ਕਿਰਪਾ ਦੇ ਨਾਲ ਸਾਡਾ ਪ੍ਰੀਤਮ ਪਿਆਰਾ ਜਦੋਂ ਸਾਨੂੰ ਆਣ ਕੇ ਮਿਲਿਆ ਹੈ ਨਾ, ਸਾਡੇ ਅੰਦਰ ਉਸ ਦਾ ਵਾਸਾ ਹੋ ਗਿਆ ਹੈ, ਉਦੋਂ ਤੋਂ ਸਾਡੇ ਅੰਦਰ ਹੋਰ ਦੀ ਜਿਹੜੀ ਲਾਲਸਾ ਹੈ, ਜਿਹਨੂੰ ਅਸੀਂ ਤ੍ਰਿਸ਼ਨਾ ਦੀ ਅੱਗ ਆਖਦੇ ਹਾਂ, ਇਹ ਬੁਝ ਗਈ ਹੈ। ਇਹਦੇ ਬੁਝ ਜਾਣ ਦੇ ਨਾਲ ਸਾਡੇ ਅੰਦਰ ਜੋ ਸ਼ਾਂਤ ਰਸ ਹੈ ਉਹ ਬਣਿਆ ਹੈ। ਆਸ ਜਿਹੜੀ, ਇਹ ਵੀ ਪਦਾਰਥ ਦੀ ਹੈ, ਇਹ ਵੀ ਇੱਕ ਤ੍ਰਿਸ਼ਨਾ ਦਾ ਰੂਪ ਹੀ ਹੈ। ਆਸ ਰੱਖਣੀ, ਇਹ ਵੀ ਇੱਕ ਤ੍ਰਿਸ਼ਨਾ ਦਾ ਰੂਪ ਹੈ। ਤੇ ਇਹ ਤ੍ਰਿਸ਼ਨਾ ਜਿਹੜੀ, ਇਹ ਅੰਦਰ ਠੰਡਕ ਨਹੀਂ ਪੈਦਾ ਹੋਣ ਦਿੰਦੀ। ਤਾਂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰਮੁਖ ਪਿਆਰਿਓ, ਜਦੋਂ ਤੱਕ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਸ ਦੀ ਰਹਿਮਤ ਕਿਰਪਾ ਬਖਸ਼ਿਸ਼ ਨਹੀਂ ਹੁੰਦੀ, ਉਦੋਂ ਤੱਕ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ, ਆਸਾਂ ਨਹੀਂ ਨਾਸ਼ ਹੁੰਦੀਆਂ, ਤੇ ਉਦੋਂ ਤੱਕ ਭਾਈ ਅੰਦਰ ਸ਼ਾਂਤ ਰਸ ਜਿਹੜਾ ਇਹ ਨਹੀਂ ਵੱਜਦਾ ਹੈ ਜੀ। ਹਉ ਮਨ ਤਨ ਦੇਵਾ ਸਤਿਗੁਰੈ, ਮੈਂ ਮੇਲੇ ਪ੍ਰਭ ਗੁਣ ਤਾਸੇ। ਜਿਸ ਸੱਚੇ ਸਤਿਗੁਰੂ ਨੇ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ, ਅੰਦਰ ਸ਼ਾਂਤ ਰਸ ਦੀ ਪ੍ਰਾਪਤੀ ਹੋਈ ਹੈ, ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ, ਫਿਰ ਅਸੀਂ ਉਹਦੀ ਦਰਸ਼ਨੀ ਭੇਟਾ ਉਹਨੂੰ ਕੀ ਦੇਣੀ ਕਰੀਏ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੋ ਮਨ ਤਨ ਦੇਵਾ, ਆਪਣਾ ਮਨ ਵੀ ਤੇ ਤਨ ਵੀ ਅਸੀਂ ਗੁਰੂ ਨੂੰ ਅਰਪਣ ਕਰ ਦਈਏ। ਸੱਚੇ ਸਤਿਗੁਰੂ ਨੂੰ ਅਸੀਂ ਦਰਸ਼ਨੀ ਭੇਟਾ ਜਿਹੜੀ ਉਹ ਆਪਣੇ ਮਨ ਤੇ ਤਨ ਦੀ ਦੇਣੀ ਹੈ। ਮੈਂ ਮੇਲੇ, ਕਿਉਂਕਿ ਉਹਨਾਂ ਨੇ ਕਿਰਪਾ ਕੀਤੀ ਹੈ ਸਾਡੇ ਤੇ, ਪਰਉਪਕਾਰ ਕੀਤਾ ਹੈ, ਸਾਨੂੰ ਮਿਲਾਣਾ ਕੀਤਾ ਹੈ। ਪ੍ਰਭੂ ਗੁਣ ਤਾਸੇ, ਗੁਣ ਤਾਸੇ ਦਾ ਅਰਥ ਹੁੰਦਾ ਗੁਣਾਂ ਦੇ ਖਜ਼ਾਨੇ, ਪ੍ਰਭੂ ਪਰਮਾਤਮਾ ਨੂੰ ਸਾਨੂੰ ਮਿਲਾਣਾ ਕੀਤਾ ਹੈ। ਤੇ ਪ੍ਰਭ ਦਾ ਅਰਥ ਹੁੰਦਾ ਪ੍ਰਭਾਵਿਤ ਕਰਨ ਵਾਲਾ। ਇਹ 3 ਪ੍ਰਕਾਰ ਦਾ ਹੈ। ਇੱਕ ਹੈ ਪ੍ਰਭਾਵਿਤ ਹੋ ਜਾਣਾ, ਦੂਸਰਾ ਹੈ ਪ੍ਰਭਾਵਿਤ ਨਾ ਹੋਣਾ, ਤੇ ਤੀਸਰਾ ਹੈ ਪ੍ਰਭਾਵਿਤ ਕਰਨਾ। ਜੇ ਅਸੀਂ ਕਿਸੇ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦੇ ਹਾਂ ਤੇ ਅਸੀਂ ਸੰਸਾਰੀ ਹਾਂ, ਕਿਸੇ ਵੀ ਚੀਜ਼ ਤੋਂ ਅਸੀਂ ਪ੍ਰਭਾਵਿਤ ਹੁੰਦੇ ਹਾਂ ਤੇ ਅਸੀਂ ਸੰਸਾਰੀ ਹਾਂ। ਜਿਵੇਂ ਅਸੀਂ ਜਾ ਰਹੇ ਹਾਂ, ਕਿਸੇ ਦੀ ਸੋਹਣੀ ਕਾਰ ਵੇਖ ਲਈਏ, ਕਾਰ ਨੂੰ ਵੇਖ ਕੇ ਸਾਡਾ ਮਨ ਪ੍ਰਭਾਵਿਤ ਹੋ ਗਿਆ ਵੀ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਹੋਵੇ।
ਕਿਸੇ ਦੀ ਕੋਠੀ ਵੇਖ ਲਈਏ, ਸੋਹਣੀ ਕੋਠੀ ਵੇਖ ਕੇ ਮਨ ਪ੍ਰਭਾਵਿਤ ਹੋ ਗਿਆ ਵੀ ਇਸ ਤਰ੍ਹਾਂ ਦੀ ਕੋਠੀ ਸਾਡੇ ਕੋਲ ਵੀ ਹੋਵੇ। ਇਹ ਅੰਦਰ ਜਿਹੜੀ ਕਾਮਨਾ ਆ ਗਈ ਏ, ਇਹ ਪ੍ਰਭਾਵਿਤ ਹੋ ਕੇ ਆਈ ਏ। ਅਸੀਂ ਉਸ ਦੀ ਸੁੰਦਰਤਾਈ ਤੋਂ, ਸੋਹਣੇਪਣ ਤੋਂ ਪ੍ਰਭਾਵਿਤ ਹੋ ਗਏ ਹਾਂ। ਤੇ ਜਿਹੜਾ ਇਸ ਤਰ੍ਹਾਂ ਪ੍ਰਭਾਵਿਤ ਹੁੰਦਾ ਉਹ ਸੰਸਾਰੀ ਏ, ਉਹ ਕਦੇ ਗਿਆਨੀ ਸੰਤ ਮਹਾਤਮਾ ਨਹੀਂ ਹੋ ਸਕਦਾ, ਉਹ ਸੰਸਾਰੀ ਹੋ ਸਕਦਾ। ਇਹ ਆਮ ਸੰਸਾਰੀ ਦੀ ਬਿਰਤੀ ਹੈ। ਤੇ ਜਿਹੜਾ ਪ੍ਰਭਾਵਿਤ ਨਹੀਂ ਹੁੰਦਾ ਉਹ ਸੰਤ ਹੋ ਗਿਆ। ਜਿਹੜਾ ਪ੍ਰਭਾਵਿਤ ਨਹੀਂ ਹੁੰਦਾ ਉਹ ਸੰਤ ਹੋ ਗਿਆ। ਕੋਈ ਕਿਤਨਾ ਵੀ ਸੁੰਦਰ ਹੈ, ਕੋਈ ਕਿਤਨੀ ਵੀ ਸੁੰਦਰ ਇਮਾਰਤ ਹੈ, ਕੋਈ ਕਿਤਨੀ ਵੀ ਸੁੱਖ ਦੇਣ ਵਾਲਾ ਸਾਧਨ ਨੇ, ਉਹਦਾ ਮਨ ਪ੍ਰਭਾਵਿਤ ਨਹੀਂ ਹੁੰਦਾ। ਉਹਦਾ ਮਨ ਪ੍ਰਭਾਵਿਤ ਹੈ ਉਸ ਪ੍ਰਭੂ ਪਰਮਾਤਮਾ ਤੋਂ, ਕੇਵਲ ਤੇ ਕੇਵਲ ਉਸ ਤੋਂ ਪ੍ਰਭਾਵਿਤ ਹੈ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਨਾਲ ਹੀ ਜੁੜੇ ਹੈ। ਹੋਰ ਕਿਸੇ ਤੋਂ ਇਹ ਪ੍ਰਭਾਵਿਤ ਨਹੀਂ ਹੁੰਦਾ। ਇਹ ਸੰਤ ਹੋ ਗਿਆ। ਤੇ ਜਿਹੜਾ ਪ੍ਰਭਾਵਿਤ ਕਰਨ ਲੱਗ ਗਿਆ ਉਹ ਪ੍ਰਭੂ ਹੋ ਗਿਆ, ਉਹਨੂੰ ਪ੍ਰਭ ਆਖਿਆ। ਪ੍ਰਭ ਗੁਣ ਤਾਸੇ। ਤੇ ਪ੍ਰਭੂ ਪ੍ਰਭਾਵਿਤ ਕਿਵੇਂ ਕਰਦਾ? ਆਪਣੇ ਗੁਣਾਂ ਦੇ ਨਾਲ। ਇਹਨੂੰ ਇਸ ਤਰ੍ਹਾਂ ਸਮਝ ਲਈਏ, ਸੱਪ ਦਾ ਕਰਮ ਹੈ ਜ਼ਹਿਰ ਛੱਡਣੀ ਤੇ ਡੰਗ ਮਾਰਨਾ। ਹੁਣ ਸੱਪ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਗਿਆ ਤੇ ਇਹਨੇ ਆਪਣਾ ਸੁਭਾਅ ਬਦਲ ਕੇ ਨਾ ਸੇਵਾ ਵਾਲਾ ਸੁਭਾਅ ਬਣਾ ਲਿਆ। ਹੁਣ ਛਾਂ ਕਰਨ ਦਾ ਇਹਨੂੰ ਸੁਭਾਗ ਪ੍ਰਾਪਤ ਹੋ ਗਿਆ। ਇਹਨੇ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਪਣੀ ਹਾਜ਼ਰੀ ਲਵਾ ਦਿੱਤੀ ਹੈ, ਸੇਵਾ ਦੇ ਲਈ ਹਾਜ਼ਰ ਹੋ ਗਿਆ, ਕਿਉਂਕਿ ਗੁਰੂ ਜੀ ਤੋਂ ਪ੍ਰਭਾਵਿਤ ਹੋ ਗਿਆ। ਗੁਰੂ ਜੀ ਪ੍ਰਭੂ ਪਰਮਾਤਮਾ ਦਾ ਰੂਪ ਨੇ। ਇਸੇ ਤਰ੍ਹਾਂ ਸੱਜਣ ਠੱਗ ਸੀ, ਇਹਦਾ ਸੁਭਾਅ ਸੀ ਠੱਗੀਆਂ ਮਾਰਨਾ। ਤੇ ਗੁਰੂ ਜੀ ਨੇ ਇਹਨੂੰ ਪ੍ਰਭਾਵਿਤ ਕਰਕੇ ਸਮਾਜ ਦਾ ਸੇਵਾਦਾਰ ਬਣਾ ਦਿੱਤਾ। ਜਿਹੜਾ ਪ੍ਰਭਾਵਿਤ ਕਰਦਾ ਹੈ ਉਹ ਪ੍ਰਭੂ ਹੋ ਗਿਆ। ਤੇ ਪ੍ਰਭਾਵਿਤ ਕਰਦਾ ਆਪਣੇ ਗੁਣਾਂ ਤੋਂ, ਜਿਸ ਦੇ ਵਿੱਚ ਗੁਣ ਨੇ, ਜੋ ਗੁਣਾਂ ਦਾ ਖਜ਼ਾਨਾ ਹੈ ਤੇ ਜਿਨ੍ਹਾਂ ਗੁਣਾਂ ਨਾਲ ਸਾਨੂੰ ਪ੍ਰਭਾਵਿਤ ਕਰਦਾ ਹੈ। ਮੈਂ ਮੇਲੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਡਾ ਜਿਹੜਾ ਮੇਲ ਹੈ, ਇਹਦੇ ਲਈ ਵਿਚੋਲਗੀ ਜਿਹੜੀ ਹੈ ਇਹ ਗੁਰੂ ਦੀ ਹੈ, ਸਤਿਗੁਰ ਹੈ। ਮੇਰਾ ਸੱਚਾ ਸਤਿਗੁਰੂ ਪ੍ਰੀਤਮ ਪਿਆਰਾ ਧੰਨ ਗੁਰੂ ਅਮਰਦਾਸ ਜੀ, ਉਹਨਾਂ ਦੀ ਰਹਿਮਤ ਕਿਰਪਾ ਬਖਸ਼ਿਸ਼ ਹੋਈ ਹੈ। ਤੇ ਅਸੀਂ ਉਹਨਾਂ ਨੂੰ ਇਸ ਪਰਉਪਕਾਰ ਦੇ ਬਦਲੇ ਹੋਰ ਤਾਂ ਕੁਝ ਦੇ ਨਹੀਂ ਸਕਦੇ। ਆਪਣਾ ਮਨ ਤੇ ਤਨ ਇੰਨਾ ਜਿਹੜਾ ਉਹ ਦੇ ਸਕਦੇ ਹਾਂ। ਮਨ ਕਰਕੇ ਉਹਨਾਂ ਨੂੰ ਯਾਦ ਰੱਖਣਾ ਹੈ, ਉਹਨਾਂ ਦੇ ਇਸ ਪਰਉਪਕਾਰ ਨੂੰ ਭੁਲਾਉਣਾ ਨਹੀਂ। ਜਿਹੜਾ ਭੁੱਲ ਜਾਂਦਾ ਨਾ ਉਹ ਅਕਿਰਤ ਕਰਨ ਹੋ ਜਾਂਦਾ ਹੈ। ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਜਦੋਂ ਅਸੀਂ ਮਨ ਦੇ ਵਿੱਚੋਂ ਭੁਲਾ ਦਿੰਦੇ ਹਾਂ ਨਾ, ਭੁੱਲ ਜਾਂਦੇ ਹਾਂ, ਉਹਨੂੰ ਫਿਰ ਅਕਿਰਤ ਕਰਨ ਆਖਿਆ ਜਾਂਦਾ ਹੈ। ਤੇ ਤਨ ਕਰਕੇ ਸੇਵਾ ਦੇ ਵਿੱਚ ਲੱਗਿਆ ਰਹਿਣਾ, ਇਹ ਮਨ ਤੇ ਤਨ ਗੁਰੂ ਨੂੰ ਅਰਪਣ ਕਰਨਾ ਹੈ ਜੀ। ਧੰਨ ਧੰਨ ਗੁਰੂ ਬੜ ਪੁਰਖ ਹੈ, ਮੈਂ ਦੱਸੇ ਹਰ ਸਾ ਵਾਸੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੇਰਾ ਗੁਰੂ ਧੰਨਤਾ ਦੇ ਯੋਗ ਹੈ। ਸੱਚੇ ਸਤਿਗੁਰੂ ਧੰਨ ਨੇ। ਧੰਨ ਗੁਰੂ ਅਮਰਦਾਸ ਜੀ ਧੰਨ ਨੇ, ਧੰਨ ਗੁਰੂ ਨਾਨਕ ਦੇਵ ਜੀ ਧੰਨ ਨੇ, ਧੰਨ ਗੁਰੂ ਅਮਰਦਾਸ ਜੀ ਧੰਨ ਨੇ। ਵੱਡ ਪੁਰਖ ਪਰਿਪੂਰਨ ਰੂਪ ਦੇ ਵਿੱਚ ਸਾਡੀ ਰੱਖਿਆ ਕਰਨ ਦੇ ਵਿੱਚ ਸਭ ਤੋਂ ਵੱਡੇ ਨੇ। ਮੈਂ ਦੱਸੇ, ਉਹਨਾਂ ਨੇ ਸਾਨੂੰ ਦੱਸਿਆ ਹਰ ਹਰੀ ਪਰਮਾਤਮਾ ਸਾਬਾਸੇ। ਉਹਨਾਂ ਤੋਂ ਸ਼ਾਬਾਸ਼ ਕਿਵੇਂ ਲੈਣੀ ਹੈ? ਜਿਵੇਂ ਬੱਚਾ ਹੈ, ਇਸ ਨੇ ਮਾਤਾ ਪਿਤਾ ਤੋਂ ਸ਼ਾਬਾਸ਼ ਲੈਣੀ ਹੈ। ਤੇ ਸ਼ਾਬਾਸ਼ ਤਾਂ ਹੀ ਮਾਤਾ ਪਿਤਾ ਦੇਗਾ ਜੇ ਉਹ ਯੋਗ ਹੋ ਕੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਰਹੇਗਾ। ਫਿਰ ਮਾਤਾ ਪਿਤਾ ਉਹਨੂੰ ਸ਼ਾਬਾਸ਼ ਦਿੰਦੇ ਨੇ, ਉਹਨੂੰ ਵਡਿਆਉਂਦੇ ਨੇ। ਹੁਣ ਧੰਨ ਗੁਰੂ ਰਾਮਦਾਸ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰੂ ਧੰਨਤਾ ਦੇ ਸਮਰੱਥ ਨੇ। ਬੜਾ ਉਹਨਾਂ ਦਾ ਧੰਨਵਾਦ ਹੈ। ਵੱਡ ਪੁਰਖ ਪਰਿਪੂਰਨ ਦੇ ਵਿੱਚ ਸਾਡੀ ਰੱਖਿਆ ਕਰਨ ਵਾਲੇ ਨੇ ਤੇ ਸਭ ਤੋਂ ਵੱਡੇ ਨੇ। ਇਹਨਾਂ ਦੇ ਸਦਰਸ਼ ਹੋਰ ਕੋਈ ਦੂਜਾ ਹੋ ਨਹੀਂ ਸਕਦਾ। ਮੈਂ ਦੱਸੇ, ਉਹਨਾਂ ਨੇ ਸਾਨੂੰ ਇਹ ਦੱਸਣਾ ਕੀਤਾ ਹੈ। ਹਰ ਪਾਸੇ ਭਾਵ ਇਸ ਮਾਰਗ ਤੇ ਤੋਰਨਾ ਉਹਨਾਂ ਨੇ ਸਿਖਾਇਆ ਹੈ। ਤੇ ਇਹ ਮਾਰਗ ਜਿਹੜਾ ਇਹ ਉਹ ਮਾਰਗ ਹੈ ਜਿੱਥੋਂ ਸੱਚੇ ਸਤਿਗੁਰ ਦੇ ਦਰ ਦੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ ਜੀ। ਬੜ ਭਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ। ਉਹ ਵੱਡੇ ਭਾਗਾਂ ਵਾਲਾ ਹੈ ਜਿਨ੍ਹਾਂ ਨੇ ਹਰੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਰਹਿਮਤ ਗੁਰੂ ਦੀ ਹੈ, ਕਿਰਪਾ ਗੁਰੂ ਦੀ ਹੈ, ਤਰੁੱਠ ਦਾ ਗੁਰੂ ਹੈ ਤੇ ਪ੍ਰਾਪਤੀ ਹਰੀ ਦੀ ਹੁੰਦੀ ਹੈ। ਵੱਡ ਭਾਗੀ ਹਰ ਪਾਇਆ, ਹਰੀ ਪਰਮਾਤਮਾ ਕਾਲ ਪੁਰਖ ਨੂੰ ਵੱਡੇ ਭਾਗਾਂ ਵਾਲੇ ਨੇ ਪ੍ਰਾਪਤ ਕਰ ਲਿਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਨਾਮ ਵਿਗਾਸੇ। ਜਦੋਂ ਉਸ ਦੀ ਪ੍ਰਾਪਤੀ ਹੈ
ਤੇ ਨਾਮ ਹੈ ਜਿਹੜਾ ਇਸ ਦਾ ਅੰਦਰ ਖੜਾਓ ਬਣ ਜਾਂਦਾ ਹੈ। ਜਿਵੇਂ ਫੁੱਲ ਖਿੜੇਗਾ ਤੇ ਸੁਗੰਧੀ ਫੇਰ ਹੀ ਆਏਗੀ। ਜੇ ਫੁੱਲ ਖਿੜਿਆ ਨਹੀਂ, ਫੁੱਲ ਹੈ ਪਰ ਖਿੜਿਆ ਨਹੀਂ ਤੇ ਸੁਗੰਧੀ ਨਹੀਂ ਆਏਗੀ। ਫੁੱਲ ਜਿਹੜਾ ਇਹਦੇ ਵਿੱਚ ਸੁਗੰਧੀ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਫੁੱਲ ਖੜਾਓ ਦੇ ਵਿੱਚ ਨਹੀਂ। ਜਦੋਂ ਫੁੱਲ ਖੜਾਓ ਦੇ ਵਿੱਚ ਹੋ ਗਿਆ ਤੇ ਫਿਰ ਭਾਈ ਜਿੱਥੇ ਫੁੱਲ ਲੈਣਾ ਉਹਦਾ ਚਗਿਰਦਾ ਸੁਗੰਧਿਤ ਹੋ ਜਾਏਗਾ। ਇਸੇ ਤਰ੍ਹਾਂ ਜਦੋਂ ਤੱਕ ਮਨ ਖੜਾਓ ਦੇ ਵਿੱਚ ਨਹੀਂ, ਮਨ ਵਿਗਾਸ ਦੇ ਵਿੱਚ ਨਹੀਂ, ਉਦੋਂ ਤੱਕ ਇਹਦੇ ਵਿੱਚੋਂ ਨਾਮ ਦੀ ਸੁਗੰਧੀ ਨਹੀਂ ਆਏਗੀ। ਤੇ ਜਦੋਂ ਇਹ ਵਿਗਾਸਿਤ ਹੋ ਗਿਆ, ਖੜਾਓ ਦੇ ਵਿੱਚ ਹੋ ਗਿਆ, ਮਨ ਖਿੜ ਗਿਆ ਤੇ ਫਿਰ ਇਸ ਦੇ ਵਿੱਚੋਂ ਨਾਮ ਦੀ ਸੁਗੰਧੀ ਦੇ ਨਾਲ ਗੁਰਮੁਖ ਪਿਆਰੇ ਦੇ ਚੁਗਿਰਦਾ ਜਿਹੜਾ ਉਹ ਭਰ ਜਾਵੇਗਾ। ਵਡਭਾਗੀ ਹਰ ਪਾਇਆ, ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਹਰੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਨਾਨਕ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹ ਗੁਰਸਿੱਖ ਧੰਨਤਾ ਦੇ ਯੋਗ ਨੇ ਜਿਨ੍ਹਾਂ ਨੇ ਨਾਮ ਦੀ ਕਮਾਈ ਕਰਕੇ ਆਪਣੇ ਅੰਦਰ ਖੜਾਓ ਬਣਾ ਲਿਆ ਹੈ ਜੀ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ। ਜਦੋਂ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਗਈ, ਗੁਰੂ ਜੋ ਸੱਜਣ ਤਾਈ ਵਾਲਾ ਹੈ ਉਹ ਸਾਡਾ ਪਿਆਰਾ ਹੈ, ਉਸ ਦਾ ਮਿਲਾਪ ਹੋ ਗਿਆ। ਫਿਰ ਹਰ ਮਾਰਗ, ਇਸ ਨੂੰ ਹਰ ਮਾਰਗ ਵੀ ਆਖਿਆ, ਗੁਰੂ ਮਾਰਗ ਵੀ ਆਖਿਆ, ਸੰਤ ਮਾਰਗ ਵੀ ਆਖਿਆ। ਇਹ ਮਾਰਗ ਜਿਹੜਾ, ਇਹ ਪੰਥ ਜਿਹੜਾ, ਇਸ ਨੂੰ ਹਰ ਮਾਰਗ ਵੀ ਆਖਿਆ ਕਿਉਂਕਿ ਇਸ ਪੰਥ ਦੇ ਵਿੱਚ, ਇਸ ਮਾਰਗ ਦੇ ਵਿੱਚ ਹਰੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਇਹ ਉਹ ਮਾਰਗ ਹੈ ਜਿਹੜਾ ਪਰਮਾਤਮਾ ਦੇ ਤੱਕ ਸਾਨੂੰ ਲੈ ਕੇ ਜਾਣ ਵਾਲਾ ਹੈ। ਸੰਤ ਮਾਰਗ ਨੂੰ ਤਾਂ ਆਖਿਆ ਜਾਂਦਾ ਹੈ, ਇਸ ਮਾਰਗ ਤੇ ਕੇਵਲ ਸੰਤ ਤੁਰ ਸਕਦੇ ਨੇ ਜਾਂ ਇਸ ਮਾਰਗ ਤੇ ਤੁਰਨ ਵਾਲਾ ਸੰਤ ਹੋ ਜਾਂਦਾ ਹੈ, ਤਾਂ ਕਰਕੇ ਇਹਨੂੰ ਸੰਤ ਮਾਰਗ ਆਖਿਆ ਹੈ। ਤੇ ਗੁਰੂ ਮਾਰਗ ਅਸੀਂ ਤਾਂ ਆਖਦੇ ਹਾਂ, ਇਸ ਮਾਰਗ ਨੂੰ ਦੱਸਣ ਵਾਲਾ ਸਾਡਾ ਗੁਰੂ ਹੈ। ਗੁਰੂ ਨੇ ਦੱਸਣਾ ਵੀ ਇਸ ਮਾਰਗ ਤੇ ਕਿਵੇਂ ਤੁਰਨਾ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਗੁਰ ਸੱਜਣ ਪਿਆਰਾ, ਸਾਡਾ ਗੁਰੂ ਬੜਾ ਸੱਜਣ ਤਾਈ ਵਾਲਾ ਹੈ। ਤੇ ਸੱਜਣ ਉਹਨੂੰ ਆਖਿਆ ਜਾਂਦਾ ਹੈ, ਸੱਜਣ ਸਹੀ ਮੈਂ ਚਲਦਿਆਂ ਨਾਲ ਚੱਲਣ। ਸੱਜਣ ਉਹਨੂੰ ਆਖਿਆ ਜਾਂਦਾ ਹੈ ਜਿਹੜੇ ਸਾਡੇ ਨਾਲ ਤੁਰਨ ਵਾਲੇ ਹੋਣ ਤੇ ਸਾਨੂੰ ਗੁਰੂ ਮਾਰਗ ਤੇ ਤੋਰਨ ਵਾਲੇ ਹੋਣ। ਜਿਵੇਂ ਇੱਕ ਅਣਜਾਣ ਮਨੁੱਖ ਹੈ, ਉਹ ਰਸਤਾ ਨਹੀਂ ਜਾਣਦਾ, ਮਾਰਗ ਨਹੀਂ ਜਾਣਦਾ, ਤੇ ਇੱਕ ਉਸ ਦਾ ਸੱਜਣ ਹੈ, ਉਹ ਰਸਤਾ ਜਾਣਦਾ ਹੈ। ਫਿਰ ਉਹਨੂੰ ਉਹ ਭੜਕਾਏਗਾ ਨਹੀਂ। ਜਿਹੜੇ ਰਸਤੇ ਤੇ ਆਪ ਤੁਰਦਾ ਹੈ, ਜਿਹੜੇ ਰਸਤੇ ਦਾ ਉਹ ਜਾਣਕਾਰ ਹੈ, ਉਸ ਰਸਤੇ ਤੇ ਉਹਨੂੰ ਤੋਰ ਨਾ ਕਰੇਗਾ। ਤੇ ਇਸ ਰਸਤੇ ਦਾ ਜਾਣਕਾਰ ਹੈ ਸਾਡਾ ਗੁਰੂ ਸੱਚੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਸਾਨੂੰ ਸੱਜਣ ਤਾਈ ਦੀ ਤਰ੍ਹਾਂ ਇਸ ਮਾਰਗ ਤੇ ਤੋਰਨ ਦੇ ਲਈ ਪ੍ਰੇਰਦੇ ਨੇ, ਤੋਰਨਾ ਸਿਖਾਉਂਦੇ ਹਨ। ਗੁਰ ਸੱਜਣ ਪਿਆਰਾ, ਇਹ ਸਾਡੇ ਪਿਆਰੇ ਸੱਜਣ ਨੇ, ਸਾਡੇ ਗੁਰੂ ਮਹਾਰਾਜ ਜੀ ਨੇ ਮੈਂ ਮਿਲਿਆ। ਇਹਨਾਂ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਹੈ ਨਾ ਗੁਰਮੁਖ ਪਿਆਰਿਆਂ ਨੂੰ, ਹਰ ਮਾਰਗ, ਹਰੀ ਪਰਮਾਤਮਾ ਦਾ ਜਿਹੜਾ ਮਾਰਗ ਹੈ, ਇਹ ਪੰਥ ਹੈ ਜਿਹੜਾ ਦਸਾ। ਵੈਸੇ ਪੰਥ ਦਾ ਅਰਥ ਵੀ ਰਸਤਾ ਹੁੰਦਾ ਤੇ ਮਾਰਗ ਦਾ ਅਰਥ ਵੀ ਰਸਤਾ ਹੁੰਦਾ ਹੈ। ਹਰ ਮਾਰਗ, ਜਦੋਂ ਇਸ ਤਰ੍ਹਾਂ ਦੋ ਸ਼ਬਦ ਇੱਕੋ ਅਰਥ ਵਾਲੇ ਆ ਜਾਂਦੇ ਨੇ, ਫਿਰ ਉਹਨਾਂ ਦੇ ਅਰਥ ਦੇ ਵਿੱਚ ਵਖਰੇਵਾਂ ਕੀਤਾ ਜਾਂਦਾ ਹੈ। ਹਰ ਮਾਰਗ ਹਰੀ ਪਰਮਾਤਮਾ ਦਾ ਮਾਰਗ ਹੈ ਤੇ ਇਹ ਪੰਥ ਜਿਹੜਾ ਧੰਨ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਹੈ, ਜਿਹਨੂੰ ਨਿਰਮਲਾ ਪੰਥ ਆਖਿਆ ਗਿਆ, ਪਵਿੱਤਰ ਪੰਥ ਇਹ ਦਸਾ। ਇਸ ਪੰਥ ਦੇ ਵਿੱਚ ਆਪਣੇ ਮਨ ਨੂੰ ਕਿਵੇਂ ਤੋਰਨਾ, ਇਹ ਧੰਨ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਹਨ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਦੇ ਹਾਂ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸਾਨੂੰ ਪਰਿਪੂਰਨ ਗੁਰੂ ਜੋ ਸੱਜਣ ਤਾਈ ਵਾਲੇ ਨੇ, ਭਾਵ ਠੱਗ ਸੁਭਾਅ ਵਾਲੇ ਨਹੀਂ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲਾਲਸਾ ਨਹੀਂ। ਜਿਹੜਾ ਸੱਜਣ ਹੁੰਦਾ ਨਾ, ਉਹਦੇ ਅੰਦਰ ਠੱਗ ਬਿਰਤੀ ਨਹੀਂ ਹੁੰਦੀ, ਤੇ ਜਿਹੜਾ ਸੱਜਣ ਨਹੀਂ ਹੁੰਦਾ ਉਹਦੇ ਅੰਦਰ ਠੱਗ ਬਿਰਤੀ ਹੁੰਦੀ ਹੈ। ਉਹ ਸਾਡੇ ਨਾਲ ਰਹਿੰਦਾ ਹੋਇਆ ਵੀ ਇਸ ਬਿਰਤੀ ਦੇ ਨਾਲ ਰਹਿੰਦਾ ਵੀ ਮੈਂ ਕਿਵੇਂ ਨਾ ਕਿਵੇਂ, ਕਿਤੋਂ ਨਾ ਕਿਤੋਂ ਇਸ ਤੋਂ ਕੁਝ ਨਾ ਕੁਝ ਠੱਗ ਲਵਾਂ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸਾਡਾ ਪ੍ਰੀਤਮ ਪਿਆਰਾ ਸੱਜਣ ਤਾਈ ਵਾਲਾ ਗੁਰੂ ਸਾਨੂੰ ਪ੍ਰਾਪਤ ਹੋ ਗਿਆ। ਧੰਨ ਗੁਰੂ ਅਮਰਦਾਸ ਜੀ ਦੀ ਪ੍ਰਾਪਤੀ ਹੋ ਗਈ ਹੈ ਤੇ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ। ਹਰ ਮਾਰਗ, ਉਹ ਮਾਰਗ ਜਿਹੜਾ ਹਰੀ ਪਰਮਾਤਮਾ ਦੇ ਤੱਕ ਸਾਨੂੰ ਲੈ ਕੇ ਜਾਣ ਵਾਲਾ ਹੈ,
ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ, ਦਸਾਹਾ, ਦਸਾ ਦਾ ਅਰਥ ਹੁੰਦਾ ਦੱਸਣਾ ਕੀਤਾ, ਇਹ ਭਾਈ ਸਾਨੂੰ ਦੱਸਿਆ ਹੈ ਜੀ। ਕਰ ਆਵੋ ਚਿਰੀ ਬਿਸ਼ੁੰਨਿਆ, ਮਿਲ ਸ਼ਬਦ ਗੁਰੂ ਪ੍ਰਭ ਨਾਹਾ। ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਸਾਨੂੰ ਆਖਿਆ ਵੀ ਘਰ ਆਓ। ਇਹ ਮਨ ਹੈ ਨਾ ਜਿਹੜਾ, ਇਹ ਸਰੀਰ ਦੇ ਵਿੱਚ ਆ ਜਾਵੇ। ਘਰ ਦਾ ਅਰਥ ਸਰੀਰ ਹੈ। ਘਰ ਆਵੋ ਚਿਰੀ ਬਿਸ਼ੁੰਨਿਆ, ਹੇ ਮੇਰਿਆ ਮਨਾ, ਜਿਹੜਾ ਤੂੰ ਬੜੇ ਲੰਮੇ ਸਮੇਂ ਤੋਂ ਉਸ ਪ੍ਰਭੂ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ ਹੈ ਨਾ, ਤੂੰ ਹੁਣ ਇਸ ਸਰੀਰ ਦੇ ਵਿੱਚ ਇਕਾਗਰ ਬਿਰਤੀ ਬਣਾ ਕੇ ਰਹਿਣਾ ਕਰ। ਉਸ ਪ੍ਰਭੂ ਪਰਮਾਤਮਾ ਦਾ ਜੋ ਤੇਰੇ ਅੰਦਰ ਵਾਸਾ ਹੈ, ਉਸ ਨਾਮ ਦੇ ਨਾਲ, ਉਸ ਧੁਨ ਦੇ ਨਾਲ ਜੁੜਨਾ ਕਰ। ਸ਼ਬਦ ਗੁਰੂ ਪ੍ਰਭ ਨਾਮ, ਤੇ ਜੋੜਨ ਵਾਲਾ ਜਿਹੜਾ ਹੈ ਇਹ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ, ਜੋ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ ਤੱਕ ਸਾਨੂੰ ਲੈ ਕੇ ਜਾਣ ਵਾਲਾ ਹੈ। ਘਰ ਆਵੋ ਚਿਰੀ ਬਿਸ਼ੁੰਨਿਆ, ਹੇ ਪ੍ਰਭੂ ਪਰਮਾਤਮਾ, ਅਸੀਂ ਤੇਰੇ ਤੋਂ ਇੱਕ ਲੰਮੇ ਸਮੇਂ ਤੋਂ ਵਿਛੜੇ ਹੋਏ ਹਾਂ, ਤੁਸੀਂ ਕਿਰਪਾ ਕਰੋ ਸਾਡੇ ਅੰਦਰ ਆਣ ਕੇ ਵਸਣਾ ਕਰੋ। ਮਿਲ ਸ਼ਬਦ, ਸਾਡੀ ਜਿਹੜੀ ਸੂਰਤ ਹੈ ਉਸ ਦਾ ਮੇਲ ਜਿਹੜਾ ਆਪ ਜੀ ਦੇ ਨਾਮ ਸ਼ਬਦ ਦੇ ਨਾਲ ਹੋ ਜਾਵੇ। ਕਿਰਪਾ ਕਰੇ ਸਾਡੇ ਤੇ ਗੁਰੂ, ਹੇ ਪ੍ਰਭੂ ਪਰਮਾਤਮਾ, ਤੂੰ ਸਾਡਾ ਮਾਲਕ ਹੈ ਜੀ। ਹਾਂ ਤੁਝ ਬਾਝੋਂ ਖਰੀ ਓਡੀਨੀਆ, ਜਿਉ ਜਲ ਬਿਨ ਨੀਨ ਮਰਹਾ। ਇਹ ਮੇਰੇ ਪਰਮਾਤਮਾ ਸੱਚੇ ਸਤਿਗੁਰ ਜੀ, ਅਸੀਂ ਆਪ ਜੀ ਤੋਂ ਬਿਨਾ ਇੱਕ ਲੰਮੀ ਉਡੀਕ ਦੇ ਵਿੱਚ ਖੜੇ ਹਾਂ। ਉਡੀਨੀਆਂ ਦਾ ਅਰਥ ਹੁੰਦਾ ਹੈ ਉਡੀਕਣਾ, ਕਿਸੇ ਦੀ ਇੰਤਜ਼ਾਰ ਕਰਨੀ। ਹਉ ਤੁਝ ਬਾਝੋਂ, ਅਸੀਂ ਜਾਂ ਮੈਂ ਤੇਰੇ ਤੋਂ ਬਿਨਾ, ਹੇ ਮੇਰੇ ਪਰਮਾਤਮਾ, ਹੇ ਸੱਚੇ ਸਤਿਗੁਰ ਜੀ, ਖੜੇ ਹੋਏ ਹਾਂ ਆਪ ਜੀ ਦੀ ਉਡੀਕ ਦੇ ਵਿੱਚ। ਤੇ ਉਹ ਉਡੀਕ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਤੜਫ ਪੈਦਾ ਅੰਦਰ ਕਰ ਰਹੀ ਹੈ, ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਣ ਲੱਗ ਜਾਂਦੀ। ਜਿਉਂ ਜਲ ਬਿਨ ਮੀਨ ਮਰਾਹਾ, ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੈ, ਪਾਣੀ ਤੋਂ ਬਿਨਾ ਮੱਛੀ ਦਾ ਮਰਨ ਹੋ ਜਾਂਦਾ ਹੈ, ਉਸੇ ਤਰ੍ਹਾਂ ਆਪ ਜੀ ਦੇ ਵਿਛੋੜੇ ਦੇ ਨਾਲ ਸਾਡਾ ਜੀਵਨ ਹੈ ਜਿਹੜਾ ਇਹ ਤੜਫ ਰਿਹਾ, ਸਾਡਾ ਮਰਨ ਹੋ ਰਿਹਾ ਹੈ ਜੀ। ਬੜ ਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹਾ। ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਜਪਣ, ਧਿਆਉਣ, ਸਿਮਰਨ ਦੇ ਵਿੱਚ ਲੱਗ ਜਾਂਦੇ ਨੇ। ਜਿਨ੍ਹਾਂ ਨੇ ਸਿਮਰ ਲਿਆ ਏ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਨਾਮ ਸਮਾਹਾ, ਨਾਮ ਸਿਮਰਨ ਵਾਲੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਹੋ ਜਾਂਦੇ ਹਨ ਜੀ। ਮਨ ਦਹਿ ਦਿਸ ਚਲ ਚਲ ਭਰਮਿਆ, ਮਨ ਮੁਖ ਭਰਮ ਭੁਲਾਇਆ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਦੂਸਰਾ ਪੱਖ ਪੂਰਦੇ ਨੇ। ਜਿਹੜਾ ਮਨਮੁਖ ਹੈ ਉਸ ਦਾ ਮਨ ਹੈ ਜਿਹੜਾ, ਉਹ ਦਸਾਂ ਦਿਸ਼ਾਵਾਂ ਦੇ ਵਿੱਚ ਭਰਮਣ ਕਰਦਾ ਰਹਿੰਦਾ ਹੈ। ਕਦੀ ਕਿਸੇ ਦਿਸ਼ਾ ਦੇ ਵਿੱਚ, ਕਿਸੇ ਕਾਮਨਾ ਦੇ ਵਿੱਚ, ਕਿਸੇ ਹਾਲਾਤ ਦੇ ਵਿੱਚ, ਕਦੀ ਕਿਸੇ, ਇਸ ਤਰ੍ਹਾਂ ਮਨ ਦਹਿ ਦਿਸ ਚੱਲ ਚੱਲ ਭਰਮਿਆ। ਇਹ ਮਨ ਜਿਹੜਾ ਦਸਾਂ ਦਿਸ਼ਾਵਾਂ ਦੇ ਵਿੱਚ ਚੱਲਦਾ ਹੋਇਆ ਭਰਮਾਂ ਦੇ ਵਿੱਚ ਫਸਿਆ ਹੋਇਆ ਹੈ। ਮਨਮੁਖ ਭਰਮ ਭੁਲਾਇਆ, ਇਹ ਜਿਹੜਾ ਇਸ ਤਰ੍ਹਾਂ ਦਾ ਭਰਮ ਪੈਦਾ ਹੁੰਦਾ ਹੈ, ਇਹ ਮਨਮੁਖਾਂ ਦੇ ਅੰਦਰ ਪੈਦਾ ਹੁੰਦਾ ਹੈ। ਜਿਹੜੀ ਗੁਰਮੁਖ ਦੀ ਬਿਰਤੀ ਹੈ, ਗੁਰਮੁਖ ਦਾ ਜਿਉਣਾ ਹੈ, ਉਹਦਾ ਮਨ ਭਰਮ ਦੇ ਵਿੱਚ ਨਹੀਂ ਜਾਏਗਾ। ਤੇ ਗੁਰਮੁਖ ਜਿਹੜਾ ਹੈ, ਗੁਰਮੁਖ ਉਸ ਨੂੰ ਆਖਿਆ ਜਾਂਦਾ ਹੈ ਜਿਵੇਂ ਇੱਕ ਪੰਛੀ ਹੈ, ਉਹ ਆਪਣੇ ਮੂੰਹ ਦੇ ਵਿੱਚ ਚੋਗ ਪਾ ਕੇ ਲੈ ਕੇ ਆਉਂਦਾ ਤੇ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਮੂੰਹ ਪਾ ਕੇ ਤੇ ਚੋਗ ਉਹਨੂੰ ਦੇ ਦਿੰਦਾ ਹੈ। ਉਸ ਚੋਗ ਦੇ ਉੱਤੇ ਬੱਚੇ ਨੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ ਵੀ ਮਾਂ ਅੱਜ ਮੈਂ ਸੁੰਡੀ ਨਹੀਂ ਸੀ ਖਾਣੀ, ਦਾਣੇ ਖਾਣੇ ਸਨ, ਅੱਜ ਮੈਂ ਦਾਣੇ ਨਹੀਂ ਸੀ ਖਾਣੇ, ਜਾਂ ਦਾਣੇ ਇਸ ਚੀਜ਼ ਦੇ ਨਹੀਂ ਸਨ ਖਾਣੇ, ਇਸ ਦੇ ਖਾਣੇ ਸਨ। ਉਹ ਆਪਣੀ ਮਾਂ ਦੁਆਰਾ ਲਿਆਂਦਾ ਹੋਇਆ ਹਰ ਤਰ੍ਹਾਂ ਦਾ ਆਹਾਰ ਭੋਜਨ ਇਹਨਾਂ ਜਿਹੜਾ ਉਹ ਮੂੰਹ ਦੇ ਵਿੱਚ ਪਾ ਕੇ ਤੇ ਨਿਗਲ ਲੈਂਦਾ ਹੈ। ਉਸ ਨੂੰ ਫਿਰ ਸਰੀਰਕ ਸ਼ਕਤੀ ਤਾਕਤ ਮਿਲਦੀ ਹੈ, ਉਹ ਉੱਡਣ ਦੇ ਸਮਰੱਥ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖ ਉਸ ਨੂੰ ਆਖਿਆ ਜਾਂਦਾ ਹੈ। ਗੁਰੂ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਦੇ ਵਿੱਚੋਂ ਨਿਕਲੇ ਗਏ ਉਪਦੇਸ਼ ਨੇ ਜਿਹੜੇ ਅਸੀਂ ਆਪਣੇ ਅੰਦਰ ਹਜਮ ਕਰ ਲੈਣੇ ਨੇ। ਜੇ ਆਪਣੇ ਅੰਦਰ ਉਹਨਾਂ ਨੂੰ ਹਜਮ ਕਰ ਲਿਆ ਤੇ ਸਾਨੂੰ ਵੀ ਅਧਿਆਤਮਿਕ ਸਮਰੱਥਾ ਪ੍ਰਾਪਤ ਹੋਏਗੀ। ਅਸੀਂ ਵੀ ਅਧਿਆਤਮਿਕ ਦੀ ਦੁਨੀਆ ਦੇ ਵਿੱਚ
ਇਸ ਬੋਟ ਦੀ, ਇਸ ਪੰਛੀ ਦੀ ਤਰ੍ਹਾਂ ਉਡਾਰੀਆਂ ਮਾਰਾਂਗੇ। ਤੇ ਜੇ ਅਸੀਂ ਕਿੰਤੂ ਪਰੰਤੂ ਕਰਾਂਗੇ, ਨੁਕਤਾਚੀਨੀ ਕਰਾਂਗੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ, ਫਿਰ ਅਸੀਂ ਮਨਮੁਖ ਹਾਂ। ਫਿਰ ਸਾਨੂੰ ਇਹ ਖੁਰਾਕ ਜਿਹੜੀ ਅਧਿਆਤਮਿਕ ਦੀ ਇਹ ਨਹੀਂ ਮਿਲੇਗੀ, ਫਿਰ ਅਸੀਂ ਭਰਮ ਦੇ ਵਿੱਚ ਫਸ ਜਾਵਾਂਗੇ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਨ ਦਹਿ ਦਿਸ ਚਲ ਚਲ ਭਰਮਿਆ। ਮਨ ਜਿਹੜਾ ਇਹਦੀ ਕਭੀ ਜੀੜਾ ਊਬ ਚੜਤ ਹੈ, ਕਭੀ ਜਾਏ ਪਿਆਲੇ। ਇਹ ਹਾਲਤ ਬਣੀ ਹੋਈ ਇਹਦੀ, ਕਦੀ ਕਿੱਧਰ ਨੂੰ ਕਦੀ ਕਿੱਧਰ ਨੂੰ। ਤੇ ਜਿਤਨਾ ਵੀ ਭਰਮਣ ਕਰਦਾ ਉਤਨਾ ਹੀ ਭਰਮਾਂ ਦੇ ਵਿੱਚ ਪੈਂਦਾ ਹੈ। ਮਨਮੁਖ ਭਰਮ ਭੁਲਾਇਆ। ਤੇ ਇਹ ਜਿਹੜਾ ਇਹਨਾਂ ਮਾਇਆ ਨੇ ਭਰਮ ਦੇ ਵਿੱਚ ਭੁਲਾ ਰੱਖਿਆ ਹੈ, ਇਹ ਮਨਮੁਖ ਨੂੰ ਭੁਲਾ ਸਕਦੀ ਹੈ, ਗੁਰਮੁਖ ਨੂੰ ਨਹੀਂ ਭੁਲਾ ਸਕਦੀ ਹੈ ਜੀ। ਨਿਤ ਆਸਾ ਮਨ ਚਿਤਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ। ਹੁਣ ਮਨਮੁਖ ਜਿਹੜਾ ਉਹਦਾ ਮਨ ਜਿਹੜਾ ਦਸਾਂ ਦਸ਼ਾਵਾਂ ਦੇ ਵਿੱਚ ਭਰਮਣ ਕਰਦਾ ਹੈ, ਤੇ ਉਹ ਭਰਮਣ ਕਰਨ ਦਾ ਕਾਰਨ ਹੈ ਉਸ ਦੇ ਅੰਦਰ ਦੀਆਂ ਆਸ਼ਾਵਾਂ। ਨਿਤ ਆਸਾ, ਨਿਤ ਨਵੀਂ ਉਸ ਦੇ ਮਨ ਦੇ ਵਿੱਚ ਆਸਾ ਜਿਹੜੀ ਹੈ ਨਾ, ਉਹ ਚਿਤਵਨੀ ਬਣ ਕੇ ਚੱਲ ਪੈਂਦੀ। ਚਿਤਵੇ ਦਾ ਅਰਥ ਹੈ ਚਿਤਵਨੀ ਬਣ ਕੇ ਚੱਲ ਪੈਣਾ। ਹੁਣ ਵੇਖੋ ਮਨ ਦੇ ਵਿੱਚ ਕਿੱਥੇ ਨਾਮ ਚੱਲਣਾ ਸੀ, ਨਾਮ ਦੇ ਨਾਲ ਚਿੱਤ ਜੋੜਨਾ ਸੀ। ਮਨ ਦੇ ਵਿੱਚ ਜਿਹੜੀ ਚਿਤਵਨੀ ਉਹ ਨਾਮ ਦੀ ਹੋਣੀ ਸੀ। ਤੇ ਕਿੱਥੇ ਹੁਣ ਪਦਾਰਥਾਂ ਦੀ ਆਸ ਹੈ ਜਿਹੜੀ ਨਿਤਾ ਪ੍ਰਤੀ ਮਨ ਦੇ ਵਿੱਚ ਚੱਲਦੀ ਏ। ਇਹ ਹੁਣ ਜਿਹੜੀ ਆਸ ਏ ਇਹ ਮਨ ਦੀ ਤ੍ਰਿਸ਼ਨਾ ਬਣ ਗਈ ਏ, ਹੋਰ ਦੀ ਲਾਲਸਾ ਬਣ ਗਈ ਏ ਨਾ। ਪਹਿਲੋਂ ਇੱਕ ਦੀ ਆਸ ਸੀ। ਇਹਨੂੰ ਇਸ ਤਰ੍ਹਾਂ ਸਮਝ ਲਈਏ, ਕੋਈ ਗੁਰਮੁਖ ਪਿਆਰਾ ਹੈ, ਉਹ ਆਪਣੀ ਡਿਊਟੀ ਤੇ ਨਾ ਤੁਰ ਕੇ ਜਾਂਦਾ ਹੈ। ਜਦੋਂ ਤੁਰ ਕੇ ਜਾਂਦਾ ਹੈ ਤੇ ਉਹਨੇ ਅਰਦਾਸ ਕੀਤੀ, ਸੱਚੇ ਸਤਿਗੁਰ ਤੇਰੀ ਕਿਰਪਾ ਹੋ ਜਾਵੇ, ਤੇਰੀ ਰਹਿਮਤ ਹੋ ਜਾਵੇ, ਮੈਨੂੰ ਨਾ ਸਾਈਕਲ ਹੀ ਮਿਲ ਜਾਵੇ, ਇੰਨੇ ਜੋਗਾ ਮੈਂ ਹੋ ਜਾਵਾਂ। ਤੁਰ ਕੇ ਜਾਣ ਤੇ ਬੜਾ ਸਮਾਂ ਲੱਗ ਜਾਂਦਾ, ਤਕਲੀਫ ਹੁੰਦੀ। ਗੁਰੂ ਨੇ ਆਸ ਪੂਰੀ ਕਰ ਦਿੱਤੀ ਹੈ, ਸਾਈਕਲ ਮਿਲ ਗਿਆ। ਤੇ ਫਿਰ ਭਾਈ ਆਸ ਜਿਹੜੀ ਹੋਰ ਵੱਧ ਗਈ ਏ। ਇਹ ਸੱਚੇ ਸਤਿਗੁਰੂ ਹੁਣ ਸਾਈਕਲ ਨਾਲ ਨਹੀਂ ਸਰਦਾ, ਹੁਣ ਕਾਹਦੇ ਨਾਲ ਸਰੇਗਾ? ਹੁਣ ਮੋਟਰਸਾਈਕਲ ਨਾਲ ਸਰੇਗਾ। ਮੋਟਰਸਾਈਕਲ ਮਿਲ ਜਾਵੇ, ਮੋਟਰਸਾਈਕਲ ਮਿਲ ਗਿਆ, ਇਹ ਵੀ ਆਸ ਪੂਰੀ ਹੋ ਗਈ ਏ। ਇਹ ਸੱਚੇ ਸਤਿਗੁਰੂ ਜੀ ਹੁਣ ਮੈਂ ਜਦੋਂ ਮੋਟਰਸਾਈਕਲ ਤੇ ਜਾਣਾ ਨਾ, ਮੇਰੇ ਤੇ ਮਿੱਟੀ ਘੱਟਾ ਬੜਾ ਪੈਂਦਾ ਹੈ, ਨੇਰੀ ਮੀਂਹ ਦੇ ਵਿੱਚ ਬੜੀ ਤਕਲੀਫ ਹੁੰਦੀ ਹੈ, ਕਾਰ ਕਿਉਂ ਨਾ ਮਿਲ ਜਾਵੇ? ਇਹ ਵੀ ਗੁਰੂ ਨੇ ਆਸ ਪੂਰੀ ਕਰ ਦਿੱਤੀ, ਕਾਰ ਵੀ ਮਿਲ ਗਈ ਹੈ। ਇਹ ਮਨ ਦੀਆਂ ਜਿਹੜੀਆਂ ਆਸ਼ਾਵਾਂ ਨੇ, ਇੱਕ ਤੋਂ ਅੱਗੇ ਇੱਕ ਹੋਰ ਹੋ ਜਾਵੇ ਨਾ, ਇਹ ਫਿਰ ਤ੍ਰਿਸ਼ਨਾ ਦਾ ਰੂਪ ਬਣ ਜਾਂਦੀ ਏ। ਤੇ ਤ੍ਰਿਸ਼ਨਾ ਜਿਹੜੀ, ਇਸ ਨੂੰ ਅੰਦਰ ਦੀ ਮਨ ਦੇ ਵਿੱਚ ਮੱਚਣ ਵਾਲੀ ਅੱਗ ਆਖਿਆ ਗਿਆ ਹੈ। ਤਾਂ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨਾਲ ਕਈ ਵਾਰੀ ਅਸੀਂ ਬੜੇ ਪਰਜੋਰ ਅਰਦਾਸ ਕਰਦੇ ਹਾਂ, ਤੇ ਗੁਰੂ ਜੀ ਸੱਚੇ ਸਤਿਗੁਰ ਸਾਨੂੰ ਜਾਣਦੇ ਨੇ ਵੀ ਇਹਨੂੰ ਇਹ ਚੀਜ਼ ਦੇਣੀ ਹੈ, ਇਹ ਨਹੀਂ ਦੇਣੀ। ਜਿਵੇਂ ਮਾਂ ਨੂੰ ਪਤਾ ਹੁੰਦਾ ਹੈ ਨਾ, ਉਹਨੇ ਕਰਦ ਦੇ ਨਾਲ, ਕਾਜੂ ਦੇ ਨਾਲ ਸਬਜ਼ੀ ਚੀਰਨੀ ਹੈ, ਤੇ ਕੋਲ ਬੈਠਾ ਬੱਚਾ ਜਿਹੜਾ, ਉਹਨੇ ਵੀ ਮੰਗ ਕੀਤੀ ਵੀ ਇਹ ਮੈਨੂੰ ਫੜਾ ਦੇ ਹੁਣ, ਤੇ ਮਾਂ ਉਹਨੂੰ ਕਦੀ ਨਹੀਂ ਫੜਾਏਗੀ। ਕਿਉਂ? ਪਤਾ ਉਹਨੂੰ ਇਹ ਮੰਜੀ ਤੇ ਬੈਠਾ ਜਾਂ ਤਾਂ ਵਰੀਆਂ ਵੱਢੇਗਾ ਮੰਜੀ ਦੀਆਂ, ਜਾਂ ਆਪਣੇ ਹੱਥ ਤੇ ਮਾਰ ਲਏਗਾ, ਨੁਕਸਾਨ ਕਰੇਗਾ ਨਾ। ਹੁਣ ਤਾਂ ਕਰਕੇ ਮਾਂ ਜਿਹੜੀ ਬੱਚੇ ਨੂੰ ਕਰਦ ਨਹੀਂ ਦੇ ਰਹੀ। ਇਸੇ ਤਰ੍ਹਾਂ ਗੁਰੂ ਜਾਣਦਾ ਹੈ ਵੀ ਕਿਹੜੇ ਗੁਰਸਿੱਖ ਦੀ ਕਿਹੜੀ ਅਰਦਾਸ ਨੂੰ ਪੂਰਿਆ ਕਰਨਾ, ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ। ਤੇ ਜੇ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰੀ ਜਾਣ, ਸਿਆਣੀ ਮਾਂ ਦੀ ਤਰ੍ਹਾਂ ਸਮਝ ਦੇ ਨਾਲ ਨਾ ਕੰਮ ਲੈਣ, ਤੇ ਫਿਰ ਇੱਕ ਅਨਪੜ੍ਹ ਆਣ ਕੇ ਨਾ ਅਰਦਾਸ ਕਰ ਦੇਗਾ। ਸਾਰਾ ਸਾਲ ਸਕੂਲ ਨਹੀਂ ਗਿਆ, ਸਾਰਾ ਸਾਲ ਪੜ੍ਹਿਆ ਨਹੀਂ, ਮਾਸਟਰਾਂ ਦੇ ਅੱਗੋਂ ਬੋਲਦਾ ਰਿਹਾ ਹੈ, ਤੇ ਆਣ ਕੇ ਅਰਦਾਸ ਕਰਵਾ ਦੇਵੇ ਵੀ ਮੈਂ ਪਾਸ ਹੋ ਜਾਵਾਂ, ਤੇ ਫਿਰ ਅਨਪੜ੍ਹਾਂ ਦੇ ਅਫਸਰ ਬਣਨੇ ਸ਼ੁਰੂ ਹੋ ਜਾਣਗੇ। ਤਾਂ ਕਿ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੀ ਉਹ ਆਸ ਪੂਰੀ ਕਰਦੇ ਨੇ, ਉਹ ਉਮੀਦ ਪੂਰੀ ਕਰਦੇ ਨੇ, ਜਿਸ ਆਸ ਤੇ ਉਮੀਦ ਦੇ ਨਾਲ ਨਾ ਸਮਾਜ ਦੇ ਵਿੱਚ ਗੰਦਗੀ ਨਾ ਪਵੇ, ਸਮਾਜ ਦੇ ਉੱਤੇ ਬੁਰਾ ਪ੍ਰਭਾਵ ਨਾ ਪਵੇ, ਸਮਾਜ ਦੇ ਵਿੱਚ ਬੁਰਾਈ ਨਾ ਆਵੇ। ਤੇ ਅਸੀਂ ਆ ਜਿਹੜੇ, ਅਸੀਂ ਗੁਰੂ ਦੇ ਨਾਲ ਫਿਰ ਰੁੱਸ ਜਾਂਦੇ ਹਾਂ। ਮੈਂ ਅਰਦਾਸ ਕੀਤੀ ਸੀ, ਮੇਰੀ ਤਾਂ ਪੂਰੀ ਨਹੀਂ ਹੋਈ, ਗੁਰੂ ਨੇ ਆਹ ਕੰਮ ਤਾਂ ਮੇਰਾ ਕੀਤਾ ਨਹੀਂ। ਗੁਰੂ ਜਿਹੜਾ ਹੈ ਉਹ ਇੱਕ ਸਮਝਦਾਰ ਮਾਤਾ ਦੀ ਤਰ੍ਹਾਂ ਹੈ, ਉਹਨੂੰ ਪਤਾ ਹੈ ਵੀ ਬੱਚੇ ਦੇ ਹੱਥ ਦੇ ਵਿੱਚ ਕਿਹੜੀ ਚੀਜ਼ ਦੇਣੀ ਹੈ ਤੇ ਕਿਹੜੀ ਨਹੀਂ ਦੇਣੀ। ਹੁਣ ਜਿਹੜਾ ਮਨਮੁਖ ਹੈ, ਨਿਤ ਆਸਾ ਮਨ ਚਿਤਵੈ, ਉਹ ਇਸ ਤਰ੍ਹਾਂ ਇੱਕ ਤੋਂ ਇੱਕ, ਅੱਗੇ ਤੋਂ ਅੱਗੇ ਨਿਤਾ ਪ੍ਰਤੀ ਆਸ ਹੈ ਜਿਹੜਾ, ਉਹ ਮਨ ਦੇ ਵਿੱਚ ਚਿਤਮਨੀ ਕਰਦਾ ਰਹਿੰਦਾ ਹੈ। ਮਨ ਤ੍ਰਿਸ਼ਨਾ, ਹੁਣ ਮਨ ਦੇ ਵਿੱਚ ਤ੍ਰਿਸ਼ਨਾ ਬਣ ਗਈ ਵੀ ਸਾਈਕਲ ਮਿਲ ਗਿਆ ਤੇ ਮੋਟਰਸਾਈਕਲ ਮਿਲ ਜਾਵੇ, ਮੋਟਰਸਾਈਕਲ ਮਿਲ ਗਿਆ ਤੇ ਕਾਰ ਮਿਲ ਜਾਵੇ, ਕਾਰ ਮਿਲ ਗਈ ਤੇ ਹੈਲੀਕਾਪਟਰ ਮਿਲ ਜਾਵੇ। ਇਹ ਤ੍ਰਿਸ਼ਨਾ ਦਾ ਰੂਪ ਬਣ ਗਿਆ ਨਾ। ਭੁੱਖ, ਇਹ ਭੁੱਖ ਹੈ ਹੋਰ ਦੀ ਲਗਾਇਆ। ਮਨਮੁਖ ਨੇ ਇਸ ਭੁੱਖ ਨੂੰ ਨਾ, ਤ੍ਰਿਸ਼ਨਾ ਦੀ ਅੱਗ ਨੂੰ ਅੰਦਰ ਲਾਇਆ ਹੋਇਆ ਹੈ ਜੀ।
ਅਨਤਾ ਧਨ ਧਰ ਦੱਬਿਆ ਫਿਰ ਵੇਖ ਭਾਲਣ ਗਿਆ। ਅੰਤਾਂ ਦਾ ਅਰਥ ਹੁੰਦਾ ਬੇਅੰਤ ਧਨ ਦੌਲਤ। ਧਰ ਦੇ ਦੋ ਅਰਥ ਕਰਦੇ ਨੇ ਵਿਦਵਾਨ। ਇੱਕ ਧਰ ਦਾ ਅਰਥ ਕਰਦੇ ਨੇ ਧਰਤੀ, ਦੱਬਿਆ ਦਾ ਅਰਥ ਹੈ ਨੱਪਿਆ ਹੋਇਆ। ਫਿਰ ਵਿਖ ਭਾਲਣ ਗਿਆ। ਸਾਡੇ ਵਿਦਿਆ ਦਾਤੇ ਨੇ ਇਸ ਦਾ ਅਰਥ ਸਾਨੂੰ ਇਸ ਤਰ੍ਹਾਂ ਦੱਸਿਆ ਸੀ, ਅੰਤਾ ਧਨ ਧਰ ਦੱਬਿਆ। ਸਾਡਾ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਧਰ ਕੇ ਉਸ ਪ੍ਰਭੂ ਪਰਮਾਤਮਾ ਨੇ ਸਭ ਤੋਂ ਵੱਡਾ ਧਨ ਨੇ ਜਿਹੜਾ ਉਹ ਪਰਮਾਤਮਾ ਦੇ ਨਾਮ ਦਾ, ਉਸ ਦੇ ਗਿਆਨ ਦਾ ਧਰਿਆ ਹੋਇਆ ਹੈ। ਮੈਂ ਇੱਕ ਵਾਰੀ ਫਿਰ ਮਿਹਨਤ ਕਰਦੇ ਹਾਂ ਥੋੜੀ ਜੀ। ਅੰਤਾ ਧਨ ਧਰ ਦੱਬਿਆ ਜਿਹੜਾ ਸੰਪਰਦਾਈ ਅਰਥ ਹੈ, ਵਿਦਵਾਨਾਂ ਨੇ ਕੀਤਾ, ਮਹਾਂਪੁਰਸ਼ਾਂ ਨੇ ਕੀਤਾ। ਉਹ ਧਰ ਦਾ ਅਰਥ ਕੀਤਾ ਧਰਤੀ। ਅੰਤਾ ਧਨ ਧਰ ਦੱਬਿਆ ਤਾਂ ਮੈਨੂੰ ਪਹਿਲਾ ਅਰਥ ਕਰਿਆ ਹੈ ਕਿ ਧਰਤੀ ਦੇ ਅੰਦਰ ਬੇਤਾਦ ਧਨ ਜਿਹੜਾ ਨਾ ਉਹ ਦੱਬਿਆ ਹੋਇਆ ਹੈ। ਫਿਰ ਵਿਖ ਭਾਲਣ ਗਿਆ ਤੇ ਫਿਰ ਵੀ ਅਸੀਂ ਗੰਦਗੀ ਜਿਹੜੀ ਹੈ ਨਾ, ਜ਼ਹਿਰ ਹੈ ਜਿਹੜਾ, ਉਹ ਭਾਲਦੇ ਫਿਰਦੇ ਹਾਂ। ਸਾਡੇ ਵਿਦਿਆ ਦਾਤੇ ਸੰਤ ਬਾਬਾ ਅਮਰ ਸਿੰਘ ਕੀਰਤੀ ਜੀ ਨੇ ਸਾਨੂੰ ਇਹ ਦੱਸਿਆ ਸੀ, ਅੰਤਾ ਧਨ ਧਰ ਦੱਬਿਆ। ਸਾਡਾ ਸਰੀਰ ਹੈ ਨਾ ਜਿਹੜਾ, ਇਹਦੇ ਵਿੱਚ ਪ੍ਰਭੂ ਪਰਮਾਤਮਾ ਨੇ ਆਪਣਾ ਗਿਆਨ ਧਰ ਕੇ ਨਾ ਲੁਕੋਇਆ ਹੋਇਆ ਹੈ, ਨੱਪਿਆ ਹੋਇਆ ਹੈ, ਤੇ ਇਹਨੂੰ ਕੱਢਣਾ ਪਏਗਾ ਮਿਹਨਤ ਦੇ ਨਾਲ। ਜਿਵੇਂ ਹਰ ਪ੍ਰਕਾਰ ਦੇ ਦੁੱਧ ਦੇ ਵਿੱਚ ਘਿਓ ਤਾਂ ਜ਼ਰੂਰ ਹੈ, ਪਰ ਜੇ ਉਹਨੂੰ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਲਿਆਵਾਂਗੇ ਤੇ ਅਸੀਂ ਮੱਖਣ ਦੀ ਪ੍ਰਾਪਤੀ ਕਰ ਲਵਾਂਗੇ। ਜੇ ਸਹੀ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਨਾ ਲਿਆਂਦਾ ਤੇ ਫਿਰ ਸਾਨੂੰ ਮੱਖਣ ਪ੍ਰਾਪਤ ਨਹੀਂ ਹੋਏਗਾ। ਉਸੇ ਤਰ੍ਹਾਂ ਸਹੀ ਤਰੀਕੇ ਦੇ ਨਾਲ ਗੁਰੂ ਮਾਰਗ ਤੇ ਜੋ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ, ਉਸ ਪੰਥ ਦੇ ਉਸ ਰਸਤੇ ਤੇ ਤੁਰਿਆ। ਸਾਡੇ ਅੰਦਰ ਗਿਆਨ ਦਾ ਧਨ ਜਿਹੜਾ ਨਾ, ਬੇਤਾਗ ਪ੍ਰਭੂ ਪਰਮਾਤਮਾ ਨੇ ਦੱਬਿਆ ਹੋਇਆ, ਧਰਿਆ ਹੋਇਆ ਹੈ। ਤੇ ਅਸੀਂ ਲੋਕਾਂ ਜਿਹੜੇ ਮਨਮੁਖਾਂ ਕੀ ਕਰਦੇ ਫਿਰਦੇ ਆ, ਫਿਰ ਵਿਖ ਭਾਲਣ ਗਿਆ। ਫਿਰ ਬਾਹਰੋਂ ਅਸੀਂ ਗੰਦਗੀ ਲੱਭਦੇ ਫਿਰਦੇ ਆ। ਵਿਖ ਦਾ ਅਰਥ ਜ਼ਹਿਰ ਵੀ ਹੈ, ਵਿਖ ਦਾ ਅਰਥ ਗੰਦਗੀ ਵੀ ਹੈ। ਬਾਹਰੋਂ ਜ਼ਹਿਰ ਲੱਭਦੇ ਫਿਰਦੇ ਆ। ਕਿਹੜੀ ਜ਼ਹਿਰ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜ਼ਹਿਰ ਹੈ। ਇਹ ਬਾਹਰੋਂ ਭਾਲੀ ਜਾਂਦੀ, ਇਹਨੂੰ ਬਾਹਰੋਂ ਭਾਲਦੇ ਫਿਰਦੇ ਹਾਂ ਜੀ। ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ। ਧੰਨ ਗੁਰੂ ਰਾਮਦਾਸ ਜੀ ਮਨਮੁਖ ਨੂੰ ਉਪਦੇਸ਼ ਦਿੰਦੇ ਨੇ ਕਿ ਗੁਰਮੁਖ ਪਿਆਰਿਆ, ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਨਾਮ ਹੈ, ਉਸ ਦੀਆਂ ਵਡਿਆਈਆਂ ਕਰ। ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਕਰ। ਬਿਨ ਨਾਵੇ, ਨਾਮ ਤੋਂ ਬਿਨਾ। ਜੇ ਤੂੰ ਨਾਮ ਦੇ ਨਾਲ ਨਹੀਂ ਜੁੜਿਆ ਤਾਂ ਤੇ ਦੱਸ ਬੇਨਤੀ ਕਰਦਾ ਹੁੰਦਾ ਸਮੇਂ ਸਮੇਂ ਦੇ ਨਾਲ। ਗੁਰਮੁਖ ਪਿਆਰਿਓ, ਜਿਹੜਾ ਹੁਣ ਸਮਾਂ ਚੱਲ ਰਿਹਾ ਨਾ, ਬਸੰਤ ਰੁੱਤ ਦਾ, ਇਹ ਸਮਾਂ ਬੜਾ ਯੋਗ ਹੈ। ਮੱਖੀ ਨਹੀਂ, ਮੱਛਰ ਨਹੀਂ, ਨਾ ਹੀ ਗਰਮੀ ਹੈ ਤੇ ਨਾ ਹੀ ਠੰਡ ਹੈ। ਬੈਠਣਾ ਵੀ ਬੜਾ ਸੁਖੈਨ ਹੈ ਤੇ ਮੱਖੀ ਮੱਛਰ ਤੋਂ ਵੀ ਬੜਾ ਬਚਾਏ। ਕਿਉਂਕਿ ਜੇ ਸਰੀਰ ਨਾ ਟਿਕੇ ਤੇ ਫਿਰ ਮਨ ਨਹੀਂ ਟਿਕਦਾ। ਪਹਿਲੋਂ ਸਰੀਰ ਟਿਕਾਉਣਾ ਪੈਣਾ ਹੈ। ਤੇ ਸਰੀਰ ਹੈ ਜਿਹੜਾ, ਇਹਨੂੰ ਨਾ ਟਿਕਣ ਦੇ ਵਿੱਚ ਮੱਖੀ ਤੇ ਮੱਛਰ ਨੇ ਜਿਹੜੇ, ਇਹਨਾਂ ਦਾ ਬੜਾ ਯੋਗਦਾਨ ਹੈ। ਜੇ ਮੱਖੀਆਂ ਉੱਤੇ ਬਹਿੰਦੀਆਂ ਰਹਿਣ, ਮੱਛਰ ਲੜਦਾ ਰਵੇ ਤੇ ਫਿਰ ਬੈਠਾ ਨਹੀਂ ਜਾਂਦਾ, ਹੱਥ ਪੈਰ ਮਾਰੀ ਚਾਹੀਦੇ ਨੇ। ਜਦੋਂ ਸਰੀਰ ਹੀ ਨਹੀਂ ਰੁਕਿਆ ਤੇ ਫਿਰ ਮਨ ਕੀ ਰੁਕਣਾ ਹੈ? ਬਾਲਟੀ ਦੇ ਅੰਦਰ ਪਾਣੀ ਹੈ, ਜੇ ਬਾਲਟੀ ਰੁਕੇਗੀ ਤੇ ਪਾਣੀ ਜਿਹੜਾ ਨਾ ਉਹ ਰੁਕੇਗਾ। ਜੇ ਬਾਲਟੀ ਨਹੀਂ ਰੁਕੀ, ਇੱਧਰ ਉੱਧਰ ਤੁਰੀ ਫਿਰੀਏ ਤੇ ਫਿਰ ਪਾਣੀ ਨਹੀਂ ਰੁਕੇਗਾ, ਪਾਣੀ ਠਹਿਰਾਓ ਦੇ ਵਿੱਚ ਨਹੀਂ ਆਏਗਾ। ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਪਰਮਾਤਮਾ ਦਾ ਨਾਮ ਹੈ, ਉਸ ਦੀ ਤੂੰ ਵਡਿਆਈ ਕਰ। ਤੇ ਆਪਾਂ ਵੀ ਪਾਈਏ ਸਮੇਂ ਦਾ ਨਾ ਲਾਹਾ ਖੱਟੀਏ। ਬੜਾ ਯੋਗ ਸਮਾਂ, ਗਰਮੀ, ਮੱਖੀ ਮੱਛਰ ਹੋਣ ਤੋਂ ਪਹਿਲਾਂ ਮਿਹਨਤ ਕਰ ਲਈਏ। ਸੱਚੇ ਸਤਿਗੁਰ ਦੇ ਨਾਮ ਦਾ ਅਭਿਆਸ ਕਰਨਾ ਸ਼ੁਰੂ ਕਰ ਦਈਏ। ਜਨ ਨਾਨਕ ਨਾਮ ਸਲਾਹੇ ਤੋਂ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਦਾ ਨਾਮ ਹੈ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਬਿਨ ਨਾਵੇ ਪਚ ਪਚ ਮੋਇਆ। ਜੇ ਨਾਮ ਦਾ ਅਭਿਆਸ ਨਹੀਂ ਕੀਤਾ, ਨਾਮ ਅਭਿਆਸੀ ਨਹੀਂ ਹੋਏ, ਨਿਤਨੇਮੀ ਨਹੀਂ ਹੋਏ, ਤੇ ਭਾਈ ਉਹਨਾਂ ਦਾ ਇਸ ਸੰਸਾਰ ਦੇ ਅੰਦਰ ਜਿਹੜਾ ਮਰਨਾ ਹੈ ਨਾ, ਉਹ ਬੜਾ ਦੁਖੀ ਹੋ ਕੇ ਮਰਨਾ ਹੈ ਜੀ। ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਆਖਰੀ ਪੌੜੀ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੇਰਾ ਪਿਆਰਾ ਪ੍ਰੀਤਮ ਸੱਚਾ ਸਤਿਗੁਰੂ ਸਭ ਤੋਂ ਸੋਹਣਾ ਹੈ ਤੇ ਮਨ ਨੂੰ ਮੋਹ ਲੈਣ ਵਾਲਾ ਹੈ। ਪਾਏ, ਅਸੀਂ ਇਹਨਾਂ ਨੂੰ ਪ੍ਰਾਪਤ ਕਰ ਲਿਆ ਹੈ, ਪ੍ਰਾਪਤੀ ਹੋ ਗਈ ਹੈ। ਪਾਏ ਕਰੇ, ਇਹਨਾਂ ਦੀ ਪ੍ਰਾਪਤੀ ਹੋ ਗਈ ਹੈ, ਸਾਨੂੰ ਇਹਨਾਂ ਨੂੰ ਪ੍ਰਾਪਤ ਕਰ ਲਿਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ। ਇਹਨਾਂ ਦੀ ਬਾਣੀ ਜਿਹੜੀ ਉਹ ਹਰੀ ਰੂਪ ਹੈ ਤੇ ਬੜੀ ਪ੍ਰੇਮ ਵਾਲੀ ਹੈ, ਪ੍ਰੇਮ ਦੇ ਨਾਲ ਸਮਝਾਉਣ ਵਾਲੀ। ਸਮਝਾਉਣ ਦੇ ਵਿੱਚ ਵੀ ਬੜਾ ਫਰਕ ਹੁੰਦਾ ਹੈ। ਬੱਚਾ ਹੈ ਨਾ,
ਉਹਨੂੰ ਪ੍ਰੇਮ ਦੇ ਨਾਲ ਅਸੀਂ ਸਮਝਾਵਾਂਗੇ ਤੇ ਉਹ ਗੱਲ ਨੂੰ ਜ਼ਰੂਰ ਪਕੜ ਦੇ ਵਿੱਚ ਲੈ ਕੇ ਆਏਗਾ, ਜ਼ਰੂਰ ਸਮਝੇਗਾ। ਇਹ ਨਹੀਂ ਵੀ ਨਹੀਂ ਸਮਝੇਗਾ, ਸਮਝੇਗਾ ਜ਼ਰੂਰ। ਉਸ ਸਮਝ ਨੂੰ ਉਹ ਕਿੰਨਾ ਚਿਰ ਰੱਖਦਾ ਉਹ ਉਹਦੇ ਅੰਦਰ ਦੀ ਅਵਸਥਾ ਹੈ, ਇੱਕ ਵਾਰੀ ਜ਼ਰੂਰ ਸਮਝ ਜਾਏਗਾ। ਬੱਚਾ ਜਿਹੜਾ, ਉਹਨੂੰ ਜੇ ਅਸੀਂ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਸਮਝਾਵਾਂਗੇ ਤੇ ਉਹ ਜ਼ਰੂਰ ਸਮਝੇਗਾ। ਪਰ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਸਮਝ ਨੂੰ ਸਾਰੀ ਉਮਰ ਰੱਖੇ, ਇਹ ਉਸਦੇ ਅੰਦਰ ਦੀ ਅਵਸਥਾ ਹੈ। ਉਹਦੇ ਅੰਦਰ ਇਹ ਸਮਝ ਕਦੋਂ ਤੱਕ ਟਿਕਦੀ ਹੈ, ਇਹ ਉਹਦੇ ਤੇ ਆਪ ਤੇ ਨਿਰਭਰ ਕਰਦਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਹਰੀ ਪਰਮਾਤਮਾ ਦੀ ਜਿਹੜੀ ਬਾਣੀ ਹੈ ਇਹ ਸਾਨੂੰ ਪ੍ਰੇਮ ਦੇ ਨਾਲ ਸਮਝਾਉਂਦੀ ਆ। ਵੇਖੋ ਆਪਾਂ ਸਾਰਿਆਂ ਨੂੰ ਪ੍ਰੇਮ ਨਾਲ ਗੁਰਬਾਣੀ ਸਮਝਾ ਰਹੀ ਹੈ ਨਾ, ਤੇ ਹੁਣ ਭਾਈ ਗੁੱਸਾ ਵੀ ਨਾ ਕਰਿਓ, ਮੈਨੂੰ ਪਤਾ ਨਹੀਂ ਨਾ ਵੀ ਤੁਹਾਡਾ ਕਿੰਨਾ ਕੁ ਮਾਜਨਾ ਹੈ। ਕਿਤੇ ਉਲਟੀਆਂ ਕਰ ਦਿਓ ਤੇ ਮੇਰੇ ਵੀ ਵਸਤਰ ਖਰਾਬ ਹੋ ਜਾਣ ਤੇ ਤੁਹਾਡੇ ਵੀ ਖਰਾਬ ਹੋ ਜਾਣ, ਫਿਰ ਗੱਲ ਜੋਗ ਨਹੀਂ। ਅਸੀਂ ਗੁਰੂ ਮਹਾਰਾਜ ਜੀ ਤੋਂ ਗੰਦਗੀ ਇੱਥੇ ਧੁਆਉਣ ਵਾਸਤੇ ਆਏ ਆ, ਜੋ ਮਨ ਦੀ ਗੰਦਗੀ ਹੈ। ਤੇ ਗੁਰੂ ਜੀ ਦੇ ਉਪਦੇਸ਼ ਦੇ ਨਾਲ ਇਹ ਮਨ ਦੀ ਸ਼ੁੱਧਤਾ ਹੀ ਹੁੰਦੀ ਹੈ, ਮਨ ਦੀਆਂ ਬੁਰਾਈਆਂ ਜਿਹੜੀਆਂ ਨੇ ਇਹ ਦੂਰ ਹੁੰਦੀਆਂ ਨੇ। ਦਾਸ ਦਾ ਕਹਿਣ ਤੋਂ ਭਾਵ ਗੁਰਬਾਣੀ ਬੜੇ ਪ੍ਰੇਮ ਦੇ ਨਾਲ ਸਾਨੂੰ ਸਮਝਾ ਰਹੀ ਏ। ਇਹ ਸਮਝ ਨੂੰ ਅਸੀਂ ਘਰ ਤੱਕ ਲੈ ਕੇ ਜਾਂਦੇ ਹਾਂ ਜਾਂ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਇੱਥੇ ਸਾਡੇ ਵਿੱਚੋਂ ਨਿਕਲ ਜਾਂਦੀ ਏ, ਜਾਂ ਸ਼ਾਮ ਤੱਕ ਰੱਖਦੇ, ਉਹ ਸਾਡੇ ਅੰਦਰ ਦੀ ਅਵਸਥਾ ਹੈ, ਉਹ ਸਾਡੇ ਤੇ ਨਿਰਭਰ ਕਰਦਾ। ਜਿਵੇਂ ਇੱਕ ਬੱਚਾ ਹੈ, ਉਹਨੂੰ ਸਮਝਾਇਆ, ਉਹ ਸਮਝ ਨੂੰ ਕਿੰਨਾ ਚਿਰ ਆਪਣੇ ਅੰਦਰ ਰੱਖਦਾ, ਉਹ ਬੱਚੇ ਦੇ ਅੰਦਰ ਦੀ ਅਵਸਥਾ। ਉਸੇ ਤਰ੍ਹਾਂ ਅਸੀਂ ਵੀ ਬੱਚੇ ਹਾਂ। ਧੰਨ ਗੁਰੂ ਮਹਾਰਾਜ ਜੀ ਦੇ, ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗੁਰਬਾਣੀ ਬੜੇ ਪ੍ਰੇਮ ਦੇ ਨਾਲ ਸਾਨੂੰ ਸਮਝਾ ਰਹੀ ਏ। ਇਹ ਸਮਝ ਨੂੰ ਅਸੀਂ ਰੱਖਣਾ ਕਦੋਂ ਤੱਕ, ਇਹ ਸਾਡੇ ਤੇ ਨਿਰਭਰ ਕਰਦਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਸੱਚੇ ਸਤਿਗੁਰ ਦੀ ਪ੍ਰੇਮ ਭਰੀ ਬਾਣੀ ਹੈ ਤੇ ਪ੍ਰੇਮ ਦੇ ਨਾਲ ਸਾਨੂੰ ਸਮਝਾਉਂਦੇ ਨੇ, ਜਿੰਦੇ ਨਾਲ ਸਾਡਾ ਮਨ ਹੈ ਜਿਹੜਾ ਇਹ ਬੁਰਾਈਆਂ ਵਾਲੇ ਪਾਸਿਓਂ ਮਰ ਜਾਂਦਾ ਹੈ। ਮਨ ਦੇ ਵਿੱਚੋਂ ਬੁਰਾਈਆਂ ਨੇ ਜਿਹੜੀਆਂ, ਗੁਨਾਹ ਨੇ ਜਿਹੜੇ, ਇਹ ਦੂਰ ਹੋ ਜਾਂਦੇ ਹਨ ਜੀ। ਮੇਰਾ ਹਿਰਦੈ ਸੁਧ ਬੁੱਧ ਬਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਜਦੋਂ ਸੱਚੇ ਸਤਿਗੁਰ ਦੀ ਅਪਾਰ ਰਹਿਮਤ ਬਖਸ਼ਿਸ਼ ਮਿਹਰ ਕਿਰਪਾ ਹੋ ਜਾਵੇ ਨਾ, ਤੇ ਫਿਰ ਮਨ ਜਿਹੜਾ ਇਹ ਵਿਸਮ ਦੇ ਵਿੱਚ ਚਲਾ ਜਾਂਦਾ ਹੈ। ਤੇ ਵਿਸਮ ਦੇ ਵਿੱਚ ਗਿਆ ਹੋਇਆ ਮਨ ਜਿਹੜਾ, ਇਹਨੂੰ ਫਿਰ ਜਿਹੜੀ ਸੰਸਾਰ ਦੀ ਵਕਾਰਾਂ ਬੁਰਾਈਆਂ ਦੀ ਜਾਂ ਹੋਰ ਇਹਨਾਂ, ਇਹ ਸੁੱਧ ਬੁੱਧ ਜਿਹੜੀ ਹੈ ਇਹ ਨਾਸ ਹੋ ਜਾਂਦੀ ਹੈ। ਕੇਵਲ ਤੇ ਕੇਵਲ ਬੁੱਧੀ ਦੇ ਵਿੱਚ ਸੋਝੀ ਹੈ ਜਿਹੜੀ, ਇਹ ਗੁਰੂ ਦੇ ਪ੍ਰੇਮ ਦੀ ਤੇ ਗੁਰੂ ਦੇ ਉਪਦੇਸ਼ ਦੀ ਰਹਿ ਜਾਂਦੀ ਹੈ। ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਅਸੀਂ ਇਤਨੇ ਬਿਸਮ ਹੋ ਗਏ ਹਾਂ ਕਿ ਹੁਣ ਅੰਦਰ ਦਾ ਜਿਹੜਾ ਆਪਾ ਭਾਵ ਸੀ ਨਾ, ਆਪਣੀ ਬੁੱਧੀ ਦੇ ਨਾਲ, ਤੇ ਮੈਂ ਆਪਣੀ ਬੁੱਧੀ ਨੂੰ ਬੜੀ ਸੁੱਧ ਸਮਝਦਾ ਸੀ ਵੀ ਮੇਰੀ ਬੁੱਧੀ ਤਾਂ ਬੜੀ ਸਿਆਣੀ ਹੈ, ਬੜੀ ਸਮਝਦਾਰੀ, ਉਹ ਦੂਰ ਹੋ ਗਈ, ਆਪਾ ਭਾਵ ਨਾਸ ਹੋ ਗਏ। ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ। ਸਾਡੇ ਅੰਦਰ ਬੁੱਧੀ ਹੈ ਤੇ ਸੁੱਧ, ਇਹਨੂੰ ਸੋਝੀ ਹੈ, ਇਹ ਸਾਡਾ ਆਪਾਪਣ ਹੈ। ਇਸ ਨੂੰ ਆਪਾਪਣ ਆਖਿਆ ਜਾਂਦਾ ਵੀ ਮੈਂ ਬੜਾ ਸਿਆਣਾ, ਮੇਰੇ ਅੰਦਰ ਬੜੀ ਅਕਲ ਹੈ। ਇਹ ਸਾਡੀ ਬੁੱਧੀ ਹੈ ਜਿਹੜੀ, ਇਹਦੀ ਸੋਝੀ ਨਾਲ ਅਸੀਂ ਕਹਿ ਰਹੇ ਹਾਂ। ਤੇ ਜਦੋਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਸਮਝਾਉਂਦੀ ਹੈ, ਅਸੀਂ ਵਿਸਮ ਹੋ ਜਾਂਦੇ ਹਾਂ ਵੀ ਅਸੀਂ ਤਾਂ ਕੁਝ ਵੀ ਨਹੀਂ। ਜਿਵੇਂ ਕੋਈ ਪ੍ਰਾਣੀ ਹੋਵੇ ਤੇ ਉਹ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੋਵੇ, ਤੇ ਕਿਤੇ ਚਾਰ ਬੈਠੇ ਗੁਰਮੁਖ ਪਿਆਰੇ ਵਿਚਾਰਾਂ ਕਰਦੇ ਹੋਣ, ਤੇ ਉਹ ਉਥੋਂ ਕਿਸੇ ਗੁਰਮੁਖ ਪਿਆਰੇ ਦੇ ਮੁਖ ਚੋਂ ਬੜੀ ਪਵਿੱਤਰ ਸ਼ੁੱਧ ਵਿਚਾਰ ਸੁਣ ਲਵੇ, ਤੇ ਫਿਰ ਉਹ ਆਪਣੇ ਅੰਦਰ ਬੜਾ ਸੋਚਦਾ ਵੀ ਮੈਂ ਤਾਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਸੀ, ਬੜਾ ਚੰਗਾ ਸਮਝਦਾ ਸੀ, ਤੇ ਮੇਰੇ ਤੋਂ ਵੀ ਸਿਆਣਾ ਹੈ। ਇਹ ਵਿਸਮ ਹੋ ਜਾਏਗਾ, ਹੈਰਾਨ ਹੋ ਜਾਏਗਾ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ। ਸਾਡੇ ਹਿਰਦੇ ਦੇ ਅੰਦਰ ਜੋ ਬੁੱਧੀ ਦੀ ਸੋਝੀ ਸੀ, ਜਿਹਨੇ ਸਾਡੇ ਹਿਰਦੇ ਦੇ ਵਿੱਚ ਆਪਾਪਣ ਪੈਦਾ ਕੀਤਾ ਸੀ, ਉਹ ਵਿਸਰ ਗਈ, ਉਹ ਚਲੀ ਗਈ ਏ ਤੇ ਅਸੀਂ ਵਿਸਮ ਹੋ ਗਏ। ਮਨ ਆਸਾ, ਮਨ ਦੇ ਵਿੱਚ ਜੋ ਆਸਾ ਚੱਲ ਰਹੀਆਂ ਸਨ, ਚਿੰਤ ਵਿਸਾਰੀਆਂ, ਹਰ ਪ੍ਰਕਾਰ ਦੀ ਚਿੰਤਾ ਫਿਕਰ ਹੈ ਜਿਹੜਾ, ਹਰ ਪ੍ਰਕਾਰ ਦੀ ਆਸ ਉਮੀਦ ਜਿਹੜੀ, ਉਹ ਹੁਣ ਨਾਸ ਹੋ ਗਈ ਹੈ ਜੀ। ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਾਧਾਰਿਆ। ਹੁਣ ਸਾਡੇ ਅੰਦਰ ਇੱਕ ਵੇਦਨਾ ਪੈਦਾ ਹੋ ਰਹੀ ਏ, ਤੇ ਉਹ ਵੇਦਨਾ ਜਿਹੜੀ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੀ ਬਣ ਗਈ ਏ। ਸਾਡੇ ਅੰਦਰ ਇੱਕ ਸੱਚੇ ਸਤਿਗੁਰ ਦੇ ਪ੍ਰੇਮ ਦੀ ਖਿੱਚ ਬਣ ਗਈ ਏ। ਉਹ ਪ੍ਰੇਮ ਹੈ ਜਿਹੜਾ ਅੰਦਰ ਸਾਡੇ ਜਾਗ ਪਿਆ, ਤੇ ਇਹ ਪ੍ਰੇਮ ਹੈ ਜਿਹੜਾ, ਇਹ ਵੇਦਨਾ ਜਿਹੜੀ ਇਹ ਦੂਰ ਕਿਵੇਂ ਹੋਵੇਗੀ? ਗੁਰ ਦੇਖਤ ਮਨ ਸਾਧਾਰਿਆ।
ਇਹ ਗੁਰੂ ਦੇ ਦਰਸ਼ਨਾਂ ਦੇ ਨਾਲ ਦੂਰ ਹੋਵੇਗੀ। ਜਦੋਂ ਅਸੀਂ ਗੁਰੂ ਜੀ ਦੇ ਦਰਸ਼ਨ ਕਰ ਲਵਾਂਗੇ ਤੇ ਮਨ ਜਿਹੜਾ ਇਹ ਹੋਰ ਪਵਿੱਤਰ ਤੇ ਸ਼ੁੱਧ ਹੋ ਜਾਂਦਾ ਹੈ ਜੀ। ਬੜ ਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਤੋਂ ਤਰੁੱਟ ਕਰਾ ਕੇ, ਗੁਰੂ ਦੀ ਸੇਵਾ ਕਰਕੇ, ਸਿਮਰਨ ਕਰਕੇ, ਗੁਰੂ ਦੀ ਪ੍ਰਸ਼ੰਸਾ ਲੈ ਕੇ, ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ ਨਾਲ ਮੇਲ ਮਿਲਾਪ ਕਰ ਲੈਂਦੇ ਨੇ। ਉਹ ਬੜੇ ਵੱਡੇ ਭਾਗਾਂ ਵਾਲੇ ਹਨ। ਬੜ ਭਾਗੀ ਪ੍ਰਭ ਆਏ ਮਿਲ, ਹੇ ਮੇਰੇ ਪਰਮਾਤਮਾ, ਮੇਰੇ ਪ੍ਰਭੂ, ਤੂੰ ਕਿਰਪਾ ਕਰ, ਸਾਨੂੰ ਆਣ ਕੇ ਮਿਲਣਾ ਕਰ। ਤੇਰੇ ਮਿਲਣ ਦੇ ਨਾਲ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਵਾਂਗੇ। ਜਨ ਨਾਨਕ ਖਿਨ ਖਿਨ ਵਾਰਿਆ, ਅਸੀਂ ਤੇਰੇ ਤੋਂ ਖਿਨ ਖਿਨ ਕੁਰਬਾਨ ਜਾਂਦੇ ਹਾਂ, ਤੇਰੇ ਤੋਂ ਵਾਰ ਨਹੀਂ ਬਲਿਹਾਰ ਨਹੀਂ ਜਾਂਦੇ ਹਾਂ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਸਤਿਗੁਰ ਦੇ ਪਾਵਨ ਸ਼ਬਦ। ਇੱਕ ਸ਼ਬਦ ਹੋਰ ਰਹਿ ਗਿਆ, ਉਸ ਦੀਆਂ ਵਿਚਾਰਾਂ ਗੁਰੂ ਮਹਾਰਾਜ ਜੀ ਆਪ ਸੇਵਾ ਲੈ ਲੈਣਗੇ ਕੱਲ ਆਉਣ ਵਾਲੇ ਸਮੇਂ ਦੇ ਵਿੱਚ। ਫਿਰ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਦੀ ਪਾਵਨ ਬਾਣੀ ਸ਼ਾਂਤ ਸਰੂਪ ਦੇ ਵਿੱਚ ਜੋ ਉਚਾਰਨ ਕੀਤੀ ਗਈ ਹੈ, ਉਹ ਸੱਚੇ ਸਤਿਗੁਰ ਕਿਰਪਾ ਕਰਨਗੇ। ਅੱਗੇ ਜਿਵੇਂ ਉਸ ਵਾਹਿਗੁਰੂ ਨੂੰ, ਮੇਰੇ ਗੁਰੂ ਨੂੰ ਭਾਵੇਗਾ, ਉਵੇਂ ਉਵੇਂ ਸੇਵਾ ਲੈਂਦੇ ਰਹਿਣਗੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ।